8 مہینے جیل چلا گیا جیل گیا اس بعد میں ہٹ کے آؤں تو میری جیڑی جناب لی گڈی ہے وہ ایکسیڈنٹ ہو گیا 18,000 یورو دی گڈی لئی ہوئی آئی اس بعد اجے تک انہاں اس دا 2,000 یورو راند آئی تے میں پہلی تے میں انہوں آکھیا ہے اس تے نا میں انہوں آکھیا ہے تو دو ہی لے تے میرے مگرو لے میں نہیں اس میں نے فون کیتا کہ تیرا 2,000 یورو رہندا میں انہوں آکھیا کارڈ دا نمبر ہے تے دو ہی وچوں کاٹ تے میرے مگرو لے تے اندر تو بعد جڑا ہے نا میرے سامنے نام ہے حالانکہ میں الحمدللہ یورپ دی زندگی میں بڑی الحمدللہ آزادی دے نال کدی کوئی اس سو تو اگے میں کدی کوئی اس آکھو نا پریشانی نہ آئی لیکن لا الہ الا اللہ محمد رسول اللہ سو تو بعد میں انہیں سمجھو کہ ایک بندہ عرش تو جناب عالی کے فرش ہے میرے خیال مطابق ٹھیک ہے جی میں بھی اگے نکل رہا میں اللہ اللہ گاہک دا اللہ پھر انشاءاللہ تہاڈے نال ملاقات ہوندی ویکھ لو میں کہ تہاڈے سامنے ثبوت پیش کرتے ساڈے تے حرام ہے تہاڈے تے حلال ہے سود نہیں کسے تے بھی حلال نہیں ہے گا ਤੁਹਾਨੂੰ ਕੁਝ ਨਹੀਂ ਹੁੰਦਾ ਸਾਡੇ ਬੰਦੇ ਫੜਕਦੇ ਨੇ ਵੀ ਜਿਨ੍ਹਾਂ ਨੇ ਕੋਈ ਗਲਤੀਆਂ ਕੀਤੀਆਂ ਨੇ ਤੁਹਾਡੇ ਸਾਹਮਣੇ ਮੈਂ ਬੜਾ ਮਾੜਾ ਜਿਹਾ ਇਸ ਲਿਹਾਜ਼ ਨਾਲ ਮੈਂ ਗੱਲ ਹੋਰ ਲੈਵਲ ਦੀ ਕਿ ਜਦੋਂ ਤੁਸੀਂ ਬਿਜ਼ਨਸ ਕਰਦੇ ਜੇ ਨਾ ਮਤਲਬ ਇੱਥੇ ਜ਼ਰਾ ਡਿਫਰੈਂਟ ਸਿਸਟਮ ਹੈ ਇੱਥੇ ਹੈਗਾ ਕਿ ਖੁਦਾ ਨਾ ਖਾਸਤਾ ਕੋਈ ਬੰਦਾ ਬੇਕਾਰ ਹੋ ਗਿਆ ਤੇ ਉਹਦੀ ਵੀ ਇੰਸ਼ੋਰੈਂਸ ਹੋਈ ਹੈ ਜੇ ਉਹਨੇ ਸੂਦ ਨਹੀਂ ਉਹਦਾ ਕਰਜ਼ਾ ਨਹੀਂ ਦੇ ਸਕਣਾ ਤਾਂ ਫਿਰ ਉਹ ਇੰਸ਼ੋਰੈਂਸ ਦੇਗੀ ਕਿਸ ਤਰ੍ਹਾਂ ਬਿਮਾਰ ਹੋ ਗਿਆ ਉਹਦੇ ਨਾਲ ਕੋਈ ਐਸਾ ਮਿਸਹੈਪ ਹੋ ਗਿਆ ਉਹ ਨਹੀਂ ਦੇ ਸਕਦਾ ਤੇ ਉਹ ਫਿਰ ਉਹ ਇੰਸ਼ੋਰੈਂਸ ਲੈ ਰਹੀ ਹੈ ਨਾ ਉਹ ਦੇ ਦੇਗੀ ਬੈਂਕ ਤੇ ਆਪਣੇ ਪੈਸੇ ਨਹੀਂ ਨਾ ਮਰਨ ਦਿੰਦਾ ਬੈਂਕ ਤੇ ਕਰਜ਼ਾ ਦਿੰਦਾ ਬੈਂਕ ਫਿਰ ਇੰਸ਼ੋਰੈਂਸਾਂ ਕਰਾਈਆਂ ਹੁੰਦੀਆਂ ਨੇ ਨਾ ਹਾਂਜੀ ਉਹਨਾਂ ਨੂੰ ਤੇ ਫਿਰ ਇੰਸ਼ੋਰੈਂਸ ਦੇ ਵੀ ਨਾਲ ਤੁਹਾਨੂੰ ਰੁਪਈਏ ਤੇ ਦੇਣੇ ਪਾਉਂਦੇ ਨੇ ਨਾ ਹਾਂਜੀ ਬਸ ਫਿਰ ਉਹ ਮਿਸਾਲ ਦੇ ਤੌਰ ਤੇ ਤੁਹਾਡੀ 400 ਯੂਰੋ ਹੈ ਸੂਰੇ ਰੂਮ ਦੀ ਜਿਹੜੀ ਆਇਤ ਨੰਬਰ 39 ਹੈ ਕਰਾਈ ਹੈ ਉਹਦੇ ਵਿੱਚ ਸੂਦ ਦੇਣ ਤੋਂ ਵੀ ਮਨਾ ਕੀਤਾ ਗਿਆ ਵਾਰੀ ਗੱਲ ਕਰੋ ਇੱਕ ਮਿੰਟ ਅਬਦੁੱਲਾ ਭਾਈ ਤੁਹਾਡਾ ਮੈਂ ਚੈੱਕ ਕਰਨ ਵਾਲਾ ਆਮਿਰ ਭਾਈ ਮੈਂ ਹੁਣ ਗਿਆ ਜਨਾਬ ਅਲੀ ਬੈਂਕ ਦੇ ਵਿੱਚ ਇੱਕ ਹਫ਼ਤਾ ਵੀ ਨਹੀਂ ਹੋਇਆ ਉਹ ਛੋਰ ਅੱਗੂ ਜਿਹੜੀ ਲੱਗੀ ਹੋਈ ਹੈ ਬੈਂਕ ਦੇ ਵਿੱਚ ਪਾਕਿਸਤਾਨੀ ਨੇ ਤੇ ਬਹੁਤ ਅੱਛੀ ਹੈ ਤੁਹਾਨੂੰ ਪਤਾ ਹੈ ਉਹਨੂੰ ਥੋੜੀ ਬਹੁਤ ਉਰਦੂ ਵੀ ਆਂਦੀ ਹੈ ਲੇਕਿਨ ਜੰਪਾ ਲੋ ਇੱਥੋਂ ਦੀ ਹੈ ਉਹਨੂੰ ਮੈਂ ਆਖਿਆ ਬਈ ਮੈਂ ਇੱਕ ਲੈਣਾ ਅਪਾਰਟਮੈਂਟੋ ਉਸ ਮੈਂ ਆਖਿਆ ਬਈ ਕਿਉਂਕਿ ਅਸਾਂ ਇੱਕ ਹੀ ਮੁਲਕ ਦੇ ਆ ਤੇ ਤਕਰੀਬਨ ਇੱਕ ਹੀ ਸ਼ਹਿਰ ਦੇ ਆ ਤੇ ਮੈਂ ਤੇਰੇ ਵਾਸਤੇ ਇਤਨਾ ਕਰ ਸਕਦੀ ਆ ਬਈ ਮੈਂ ਤੇਰਾ ਜਿਹੜਾ ਹੈ ਨਾ ਸੂਦ ਉਹ 4% ਨਰਮਲ ਮਾਂ ਇਸ ਚਾਹਤੇ ਜਨਾਬ 6% ਹੈ ਹੋ ਸਕੇ سود 4% دو اس میں نہ کہ 3,95,000 تک تو ایک مکان اس ساتھ لے سکتا لیکن اگر 1,800 یورو مکان دا تو کرایہ تیرا جناب لی اوریجنل ہو سی تو اس دے نال 800 یورو تین سود بینک نو دینا پوسی اور پھر آپ ہی ہوں پھر 10 لا لے ہو 39 نمبر آئے تھے عبداللہ بھائی اعوذ باللہ من الشیطان الرجیم وما آتیتم من ربا لیربو فی اموال الناس فلا یربو عند اللہ یعنی اللہ دے ہاں وہ وددا نہیں ਜਿਹੜਾ ਤੁਸੀਂ ਸੂਦ ਤੇ ਦਿੰਦੇ ਹੋ ਨਾ ਤੁਸੀਂ ਤੇ ਇਸ ਗੱਲੇ ਦਿੰਦੇ ਹੋ ਵੀ ਲੋਕਾਂ ਦੇ ਮਾਲ 'ਚ ਇਜ਼ਾਫਾ ਹੋਵੇ ਅੱਲਾ ਦੇ ਹਾਂ ਉਹ ਇਜ਼ਾਫਾ ਨਹੀਂ ਹੁੰਦਾ ਵਮਾ ਆਤੈਤੁਮ ਮਿਨ ਜ਼ਕਾਤਿਨ ਤੁਰੀਦੂਨਾ ਵਜਹ ਅੱਲਾਹ ਫਉਲਾਇਕ ਹੁਮੁਲ ਮੁਜ਼ਿਫੂਨ ਔਰ ਜਿਹੜਾ ਤੁਸੀਂ ਸਦਕਾ ਤੇ ਜ਼ਕਾਤ ਦਿੰਦੇ ਹੋ ਤੇ ਉਹ ਅੱਲਾ ਦੇ ਹਾਂ ਵਧਾਉਣ ਵਾਲੇ ਲੋਕ ਨੇ ਇਹ ਉਹਦਾ ਮੈਂ ਨਾ ਲੇਕਿਨ ਉਹਦੇ 'ਚ ਮਮਾਨੀਅਤ ਨਹੀਂ ਹੈ ਤੁਸੀਂ ਇਹ ਹੁਰਮਤ ਉਹਦੇ 'ਚ ਬਿਆਨ ਨਹੀਂ ਕੀਤੀ ਗਈ ਲੇਕਿਨ ਹੁਰਮਤ ਸੂਰਾ ਬਕਰਾ ਵਿੱਚ ਹੀ ਹੈ ਨਾ ਕਿ ਜਦੋਂ ਸੂਦ ਦਾ
ਸੂਦ ਜਿਹੜਾ ਹੈ ਉਹ ਇੱਕ ਜਾਮੇ ਲਫ਼ਜ਼ ਲਿਖ ਕੇ ਬਿਆਨ ਕਰਕੇ ਅੱਲਾਹ ਤਾਲਾ ਨੇ ਕਿਹਾ ਤੇ ਅੱਲਾਹ ਦੇ ਰਸੂਲ ਨਾਲ ਜੰਗ ਹੈ, ਲਿਹਾਜ਼ਾ ਉਹਦੇ ਵਿੱਚ ਸੂਰਾ ਬਕਰਾ 'ਚ ਹੀ ਮੌਜੂਦ ਹੈ। ਇਹਦੇ 'ਚ ਉਹ ਗੱਲ ਨਹੀਂ ਜਿਹੜੀ ਤੁਸੀਂ ਪੇ ਕਹਿੰਦੇ ਹੋ। ਯੂਸਫ ਸਾਹਿਬ ਜੀ ਪਾਕਿਸਤਾਨ ਠੀਕ ਹੋ ਗਿਆ, ਜਜ਼ਾਕ ਅੱਲਾ। ਯੂਸਫ ਸਾਹਿਬ ਪਾਕਿਸਤਾਨ ਕਿਹੜੀ ਜਗ੍ਹਾ ਤੋਂ, ਉਮਰ ਕਿੰਨੀ ਹੈ? अस्सलाम वालेकुम। मेरी उम्र तकरीबन 45 उत्ते 46 47 साल ते मंडी बहाउद्दीन तो शहर तो मुंशी मल्ला मंडी बहाउद्दीन। ਇੱਕ ਬੰਦਾ ਮੈਨੂੰ ਅੱਗੇ ਮਿਲਿਆ ਸੀ ਪਾਕਿਸਤਾਨੀ, ਨਹੀਂ ਤੇ ਨਾਰਮਲ ਜਿਹੜੇ ਨੇ ਨਾ ਵੱਡੇ ਪਤੰਤੇ ਜਿਹੜੇ ਨੇ ਪਾਕਿਸਤਾਨੀਆਂ ਕੋਲ ਨਹੀਂ, ਇੰਡੀਅਨ ਕੋਲ ਹੀ ਨੇ ਸਾਰੇ। ਤੇ ਇੱਕ ਬੰਦਾ ਅੱਗੇ ਮਿਲਿਆ ਤੇ ਦੂਜੇ ਤੁਸੀਂ ਮਿਲੇ ਹੋ, जी ਤੀਜਾ ਮੈਂ ਆਪ ਹੀ ਹਾਂ। ਇੱਕ ਮੁੰਡਾ ਹੋਰ ਵੀ ਇੱਕ ਦਿਨ ਮਿਲਿਆ ਸੀ ਪਾਕਿਸਤਾਨੀ, आमिर young भाई ਜਿਹਾ। मेरे को ही ने आमिर भाई मेरे को ही है वड्डा पतन थे ਕੀ ਇਹ मेरे कोल जेड़ा है ना ची ए है ਰਮੋਰਕੀ ਵਾਲਾ? तुसा चेंज कराया सी या इत्थे पास कीता सा जे? मैं पास कीता है मैं इटालियन अल्हम्दुलिल्लाह इतनी अच्छी आंदी है भाई। ਨਹੀਂ ਨਹੀਂ, ਇਹ ਜਾਣਦੇ ਨੇ ਇਮਰਾਨ ਸਾਹਿਬ, ਇਟਾਲੀਅਨ ਬਿਹਤਰੀਨ ਬੋਲ ਲੈਂਦੇ ਨੇ, नहीं ਤੇ नहीं ਫਰਾਂਸ ਤੋਂ ਗਏ ਨੇ। मिलदे रहे जी। ਹਾਂਜੀ अच्छा ਨਹੀਂ, भाई ਮੈਂ साहब ਕਿਹਾ ਬਈ नंबर किवें देआं अपना तुहाडे उत्थे? ਪੀਐਮ ਕਰਨਾ ਨਹੀਂ ਜਾਣਦੇ? नहीं ਮੇਰੇ ਨਾਂ ਉੱਤੇ ਕਲਿੱਕ ਕਰਕੇ ਨਾ, ਤੇ ਮੇਰੀ ਪ੍ਰੋਫਾਈਲ ਜਦੋਂ ਖੋਲੋਗੇ ਤੇ ਉੱਥੇ ਪੀਐਮ ਦਾ ਮੈਸੇਜ ਆ ਜਾਏਗਾ, ਆਪਣਾ ਮੈਸੇਜ ਕਰਨ ਦਾ ਆਪਸ਼ਨ ਆ अच्छा ਜਾਏਗਾ। ओनु छड्डो ते मैंने तुसा अपना नंबर सेंड करो मैं आमिर भाई नु सेंड कर देस। ਕੋਈ ਗੱਲ ਜੀ, ਤੁਹਾਨੂੰ ਸੈਂਡ ਕਰਕੇ ਉਹਨਾਂ ਟੋਰਨਾ ਰਾਜ ਪਾਣੀ ਪੈਂਦਾ ਹੈ, ਕਰ ਲੈਣਗੇ ਮੇਰੇ ਨਾਂ ਤੇ ਕਲਿੱਕ ਕਰਨਗੇ। ਹਾਂ नहीं क्योंकि मैं अक्सर आमिर भाई भाई तुम जेडे अक्सर मैसेज कीते ते ओ ਤੁਹਾਡੇ ਕੋਲ ਜਿਹੜਾ ਹੈ ਨਾ ਨਹੀਂ ਵੰਦੇ। ਉਹ ਮੋਬਾਈਲ ਬੰਦ ਹੋ ਗਿਆ ਹੈ, ਨਵਾਂ ਨੰਬਰ ਹੈ ਤੇ ਉਹ ਮਲਕ ਕੈਸਰ ਕੋਲ ਹੈ ਸਿਰਫ, ਹੋਰ ਕਿਸੇ ਬੰਦੇ ਕੋਲ ਇਹ ਨੰਬਰ ਮੇਰਾ ਨਹੀਂ ਹੈ WhatsApp ਦਾ ਨਾ। नहीं नहीं मेरे को ਤੁਹਾਡਾ ਇਟਾਲੀਅਨ ਨੰਬਰ ਹੈ। ਇੱਕ ਮਿੰਟ ਐਂਡ ਦੇ ਉੱਤੇ ਤੁਹਾਡਾ ਆਂਦਾ ਜਨਾਬ ਅਲੀ, ਐਂਡ ਦੇ ਉੱਤੇ ਆਂਦਾ 845 ਇੱਕ ਮਿੰਟ ਸਿਰ ਇੱਕ ਮਿੰਟ ਮੰਦੇ ਹੋ आमिर मैं फोन जनाब ली खोल लवा ना जी ठीक है, अस्सलाम आमिर वालेकुम। भाई ते बिल्कुल 845 नंबर आंदा है। ਉਹ ਜਿਹੜਾ ਨਾ ਉਹ ਪੁਰਾਣਾ ਨੰਬਰ ਹੈ, ਤੁਸੀਂ ਇਹ ਨਵਾਂ ਨੰਬਰ ਚਲੋ ਉਹਦੇ ਤੇ ਮੈਸੇਜ ਕਰ ਦਿਓ, ਮੈਂ ਤੁਹਾਨੂੰ ਸੈਂਡ ਕਰ ਦਾਂਗਾ ਦੂਜਾ ਨੰਬਰ। ओके ਉਹਦੇ ਤੇ ਤੁਹਾਡਾ ਨੰਬਰ ਮੈਂ ਸੇਵ ਨਹੀਂ ਹੈ, ਤੁਸੀਂ ਉਹਦੇ ਤੇ ਮੈਨੂੰ ਨਾ ਕੋਈ ਮੈਸੇਜ ਕਰ ਦਿਓ ਛੋਟਾ ਜਿਹਾ ਸਲਾਮ ਅਲੈਕੁਮ ਦਾ, ਤੇ ਮੈਂ ਤੁਹਾਨੂੰ ਦੂਜਾ ਨੰਬਰ ਸੈਂਡ ਉਹਦੇ ਤੇ ਕਰ ਦਾਂਗਾ। मैं हुने ਅੱਗੇ ਨਾ तो जेड़ा ना सैंड जनाब ली कर रहा भाई। ਮੋਦ ਨੇ ਤੋਂ ਨਾ ਉਹ ਯੂਸਫ ਸਾਹਿਬ ਪਤਾ ਨਹੀਂ ਸੁਣਦੇ ਨੇ ਵੀ ਨਹੀਂ, ਉਹ ਇੱਕ ਮੁੰਡਾ ਪਾਕਿਸਤਾਨੀ ਹੈ ਹੋਰ, ਤੇ ਉਹ ਚਿਸਤੇਰਨਾ ਚਲਾਉਂਦਾ ਸੀ, ਉਹ ਯੰਗ ਜਿਹਾ ਮੁੰਡਾ ਹੈ, ਉਹਦਾ ਨਾਮ ਮੇਰੇ ਜ਼ਿਹਨ 'ਚ ਨਹੀਂ, ਮੈਂ ਛੋਟੀ ਛੋਟੀ ਦਾੜੀ ਉਹਨੇ ਰੱਖੀ ਹੈ, ਤੇ ਉਹ ਉੱਥੇ ਤੁਹਾਡੇ ਮੇਰੇ ਹਾਲ ਮੋਦ ਨੇ ਦਾ ਹੀ ਹੈ ਉੱਥੇ ਟਰਾਂਸਪੋਰਟ ਦਾ ਦੌਰੇ ਸਬਜ਼ ਜਿਹੇ ਰੰਗ ਨਾਲ ਉਹਨਾਂ ਦਾ ਨਾਂ ਲਿਖਿਆ, ਮੇਰੇ ਜ਼ਿਹਨ 'ਚ ਉਹਨਾਂ ਦਾ ਨਾਂ ਭੁੱਲ ਗਿਆ, ਉੱਥੇ ਟਰਾਂਸਪੋਰਟ ਦਾ ਤੋਰੇ ਦਾ ਉਹਨਾਂ ਦਾ ਉਹ ਚਿਸਤੇਰਨਾ ਚਲਾਉਂਦਾ, ਤੇ ਉਹ ਵੀ ਮੈਨੂੰ ਮਿਲਿਆ ਮੁੰਡਾ, ਉਹ ਵੀ ਮੁੰਡਾ ਪਾਕਿਸਤਾਨੀ, ਥੋੜੇ ਬੰਦੇ ਨੇ ਬਾਹਰਲ ਪਾਕਿਸਤਾਨੀ, ਇੰਡੀਅਨ ਬੜੇ ਨੇ ਜਿਨ੍ਹਾਂ ਨੇ ਕੀਤੇ ਨੇ ਪਤੰਤੇ ਵੱਡੇ। आमिर भाई जिस दौर च मैं हम ना ਜੀ ਜੀ उस दौर दे विच 3000 यूरो लगदा ही जेड़े जेड़े पतंदे तुसा करने टोटल। हाँ जी ਹੁਣ 2200 ਯੂਰੋ ਜਿਹੜਾ ਨਾ 2200 ਯੂਰੋ ਸਿਰਫ ਚੀਕੂ ਚੀ ਦਾ ਸੀ, ਪਿਛਲੇ ਸਾਲ ਮੇਰਾ ਹਾਲ 22 ਵਿੱਚ, ਬੜੇ ਇਹਨਾਂ ਨੇ ਪੈਸੇ ਵਧਾਤੇ ਨੇ। ਚੀਏ ਦਾ ਤੇ ਮੈਂ 700 ਯੂਰੋ ਹੀ ਸੀ ਸਿਰਫ, ਤੇ ਚੀਕੂ ਚੀ ਦਾ ਜਿਹੜਾ ਨਾ 2200 ਯੂਰੋ ਸੀ। नहीं नहीं हुण तो उत्थे रेट ज्यादा ने बिल्कुल पतंदे दे रेट तो बहुत ज्यादा ने। ਜ਼ਿਆਦਾ ਚੀਕੂ ਚੀ ਦਾ ਹੀ ਹੈ, ਤੇ ਇੱਕ ਹੈ ਜਿਹੜਾ ਨਾਰਮਲ ਬੀ ਲਾਇਸੈਂਸ ਜਿਹੜਾ ਕਰਦੇ ਨੇ ਨਾਰਮਲ ਗੱਡੀ ਦਾ ਬੱਚੇ ਨੇ ਕੀਤਾ,
ਉਹਦੇ ਕਾਫੀ ਪੈਸੇ ਬਣੇ ਇਹਨਾਂ ਨੂੰ। ਅੱਛਾ ਮੇਰੇ ਕੋਲ ਜਿਹੜਾ ਹੈ ਨਾ ਆਪਾਂ ਵੀ ਇਹ ਤੇ ਚੀਕੋ ਚੀਏ ਕਿਉਂਕਿ ਮੈਂ ਉੱਥੇ ਉਹ ਜਿਹੜਾ ਹੈ ਨਾ ਵੇਤੇ ਸੇ ਮਿਸਾਲ ਦੇ ਤੌਰ ਤੇ ਚੀਕੂ ਚ ਵੀ ਤੁਸੀਂ ਕੀਤਾ ਹੈ? ਜੀ ਬਿਲਕੁਲ ਮੇਰੇ ਕੋਲ ਚੀਕੋ ਚੀਏ ਤੇ ਮੇਰੇ ਮੈਨੂੰ ਸ਼ਾਇਦ ਕੋਲ ਪਤਾ ਤੁਸੀਂ ਲਏ ਨੇ ਫਿਰ ਸਾਰੇ ਕਿਰੋਂ ਲਾਇਸੈਂਸ ਇਕੱਠੇ ਕਰਕੇ। ਨਹੀਂ ਕਿਰੋਂ ਨਾਪੋਲੀ ਮੈਂ ਤੋਂ ਲੈਣਾ ਨਾਪੋਲੀ ਤੋਂ ਜਾ ਕੇ ਤੇ ਨਹੀਂ ਲੈਂਦੇ। ਨਹੀਂ ਉਹ ਅੱਲਾ ਲਿਓ ਮੇਰਾ ਜ਼ਬਾਨ ਦੇ ਮੁਤਾਬਿਕ ਵੀ ਲੈ ਮੇਰਾ ਲਿਆ, ਚੀਕੂ ਚੀ ਵੀ ਲੈ ਲਿਆ, ਚੀਏ ਵੀ ਲੈ ਲਿਆ, ਕਿੱਥੋਂ ਲੈ ਲੈਣ ਤਰੇ ਪਤਾ ਤੇ ਤੁਸੀਂ? ਮੇਰੇ ਕੋਲ ਚੀਕੋ ਅੱਛਾ ਮੇਰੇ ਕੋਲ ਮੋਤੋ ਦਾ ਹੀ ਹੈ। ਨਹੀਂ ਮੋਤੋ ਦਾ ਤੇ ਤੁਸੀਂ ਡਿਜ਼ਰਵ ਕਰਦੇ ਹੋ ਨਾ। ਇਹ ਫਿਰ ਤੁਸੀਂ ਮਲਕ ਸਾਹਿਬ ਚੇਂਜ ਕਰਾਇਆ ਪਾਕਿਸਤਾਨੀ ਤੋਂ ਉਦੋਂ ਆਹੋ, ਹੁੰਦੇ ਆਹੋ, ਸਨ ਨਹੀਂ, ਪਹਿਲਾਂ। ਨਹੀਂ ਮੋਤੋ ਸਭ ਤੋਂ ਮੁਸ਼ਕਲ ਹੈ, ਉਹ ਤੇ ਬਿਲਕੁਲ ਦੇਦੇ ਨਹੀਂ ਜੇ ਬ੍ਰੇਕ ਨਾ ਲੱਗੇ ਸਹੀ ਜਗ੍ਹਾ ਤੇ। ਲੈ ਖੈਰ ਹੀ ਨੇ ਸਕੂਲ ਆਏ ਜੀ ਫਿਰ ਮੇਰੇ ਕੋਲ ਨਹੀਂ ਆਉਣੇ। ਨਹੀਂ ਫਿਦਨ ਸਤਾ ਤੇ ਕੀ ਵੀ ਕਰਦੀ ਏ। ਇਹ ਪਿਛਲੇ ਸਾਲ ਦੀ ਗੱਲ ਹੈ, 5-6 ਮਹੀਨੇ ਪਹਿਲਾਂ ਇੱਥੇ ਬਰੇਸ਼ੀਆ ਇੱਕ ਸਕੂਲ ਹੈ ਤੇ ਉਹ ਉਧਰ ਦਾ ਹੀ ਮੁੰਡਾ ਹੈ ਨਾ, ਦੱਖਣ ਦਾ ਹੀ ਕੋਈ ਪਤਾ ਨਹੀਂ ਰਿਜੋ ਕਲਾਬਰੀਆ ਦਾ ਹੈ ਜਾਂ ਨਾਪੋਲੀ ਦਾ ਹੈ। ਤੇ ਉਹਦੇ ਕੋਲ ਮੈਂ ਵੀ ਇੱਕ ਦੋ ਵਾਰ ਗਿਆ ਵਾਂ ਤੇ ਬੜਾ ਉਹਨਾਂ ਨਾ ਨਖਰਾ ਸੀ ਉਹਦਾ। ਉਹਨੂੰ ਉਹ ਕਰਦਾ ਸੀ ਕੋਈ ਇਹੋ ਜਿਹੀ 2 ਨੰਬਰ ਗੇਮ ਨਾ, ਉਹਨੂੰ ਆ ਕੇ ਕਾਰਾ ਬਨੇਰੀ ਨੇ ਪਤਾ ਕਿੰਨ ਚੁੱਕਿਆ ਹੈ। ਮੇਰਾ ਬੇਟਾ ਵੀ ਦੱਸਦਾ ਸੀ, ਕਹਿੰਦਾ ਪਾਪਾ ਇੰਨ ਚੁੱਕਿਆ ਜਿਹਦੇ ਨਾਲ ਕੋਈ ਟੈਰਰਿਸਟ ਚੁੱਕੀ ਦਾ ਗੰਨਾ ਲੈ ਕੇ ਆਇਆ। ਨਹੀਂ ਮੇਰਾ ਤਾਂ ਕੋਈ ਨਹੀਂ ਐਸਾ ਜਨਾਬੀ ਸਿਸਟਮ। ਜਰਨਾਲੇ ਦੀ ਬਰੇਸ਼ੀਆ ਤੇ ਉਹਦੀ ਖਬਰ ਚੱਲੀ ਹੈ, ਜਾਨਾਥਨ ਉਹਦਾ ਨਾਂ ਹੈ, ਤੇ ਉਹਨਾਂ ਇੰਜ ਚੁੱਕਿਆ ਆ ਕੇ ਜਿਸ ਤਰ੍ਹਾਂ ਪੁਲਿਸ ਕਿਸੇ ਦਹਿਸ਼ਤਗਰਦ ਨੂੰ ਚੁੱਕਦੀ ਹੈ ਵੀ ਤੂੰ ਇੱਥੇ ਬਿਲਕੁਲ ਚੁੱਕਦੇ ਤਾਂ ਐਨੀ ਹੈ ਨਾ, ਇਸ ਦੇ ਵਿੱਚ ਤਾਂ ਕੋਈ ਜਨਾਬੀ ਦੂਸਰੀ ਰਾਏ ਨਹੀਂ। ਇੱਕ ਮੈਂ ਜਦ ਹੁੰਦਾ ਨਾ ਅਲਾਬਰੀਆ ਤੇ ਉੱਥੇ ਕਮੂਨੇ ਦੇ ਲੋਕ ਹਨ ਜਿਹੜੇ ਜਨਾਬ ਲਈ 10-20 ਯੂਰੋ ਤੇ 15 ਯੂਰੋ ਤੇ 50 ਯੂਰੋ ਲੈ ਕੇ ਕੰਮ ਕਰਦੇ ਹਨ ਤੇ ਉਹਨਾਂ ਨੇ ਘਰ ਬਨੇਰੀ ਆ ਕੇ ਜਨਾਬ ਲਈ ਚੁੱਕਿਆ ਹੈ ਬਈ। ਤੁਸੀਂ ਰਹੇ ਹੋ ਕਲਾਬਰੀਆ ਜੀ ਮੈਂ ਰਿਹਾ ਨਾ ਬਸ ਫਿਰ ਉੱਥੇ ਹੀ ਤੁਸੀਂ ਪਤੰਨ ਤੇ ਲਏ ਨੇ ਸਾਰੇ। ਇਹ ਹੀ ਵਜ੍ਹਾ ਇੱਥੋਂ ਨਹੀਂ ਲੱਭਦਾ ਨੌਰ ਦਾ ਲੋਕ। ਨਹੀਂ ਨੌਰ ਤਾਂ ਹੋਰ ਚੀਜ਼ ਹੈ ਲੇਕਿਨ ਮੈਂ ਸੂਦ ਹੀ ਰਿਹਾ। ਇਹ ਵਜ੍ਹਾ ਉੱਥੇ ਤੁਸੀਂ ਲੈ ਕੇ ਆਏ, ਸਮਝ ਸਾਨੂੰ ਆ ਗਈ। ਨਾਪੋਲੀਤਾਨ sono napolitano, amico mio. O sei napoletano o sei calabrese? Io sono napolitano anche calabrese. ਇਹ ਸਿਕੂਰ ਹੈ ਕਿ ਉੱਥੇ ਇਹ ਗੇਮ ਪਈ ਹੋਣੀ ਹੈ। ਚਲੋ ਖੈਰ ਤੁਸੀਂ ਸੈੱਟ ਹੋ, ਤੁਹਾਡੀ ਗੱਡੀ ਟੈਕਸੀਆਂ ਵਾਲਾ ਕੰਮ ਸੋਹਣਾ ਹੋਇਆ, ਅੱਲਾ ਕੰਮ। ਨਹੀਂ ਮੇਰਾ ਅਲਹਮਦੁਲਿਲਾ ਇਸ ਜਾਤ ਕੰਮ ਠੀਕ ਹੈ। ਮੈਂ ਵਧੀਆ ਮੈਂ ਸਜੋਰ ਜੀ ਕੋਲ ਫਾਰਐਵਰ ਦੀ ਜਾਂ ਲੈ ਲਈ ਜੀ ਚਿੱਤਾ ਜੀ ਨਾਮ ਸਾ? ਨਹੀਂ ਮੇਰੇ ਕੋਲ ਪਾਸਪੋਰਟ ਹੈ। ਬਸ ਠੀਕ ਹੋ ਗਿਆ, ਫਿਰ ਤੁਹਾਨੂੰ ਲੋੜ ਹੀ ਕੋਈ ਨਹੀਂ ਇੱਥੇ ਆਉਣ ਦੀ ਮੁੜ ਕੇ। نہیں میرا آنا تو ضروری ہے کیونکہ اٹلی میں بہت عزیز ہے اور میں بہت اچھا جنابلی ملک لگتا ہے تے میں انشاءاللہ ایک دن ہٹ کے آنا ناپولی دے وچ کوئی ایسا جناب علی جڑا ہے نا ریسٹورینٹ۔ ہاں جی کیونکہ جیڑی عامر بھائی جیڑی لائف ہے نا اٹلی دی ਨਹੀਂ ਉਹ ਤੇ ਯੂਰਪ ਵਿੱਚ ਕਿਸੇ ਮੁਲਕ ਦੇ ਵੀ ਨਹੀਂ ਹੋ ਜਾਂਦੀ। ਖਾਣ ਪੀਣ ਨਹੀਂ ਉੱਥੇ ਵੀ ਇਲਾਜ ਫ੍ਰੀ ਹੈ ਵੈਸੇ ਹਸਪੀਟਲ ਦਾ ਫਰਾਂਸ? ਇੱਥੇ ਤਾਂ ਆਮਿਰ ਭਾਈ ਬਿਲਕੁਲ ਹੀ ਫ੍ਰੀ ਹੈ, ਬਿਲਕੁਲ ਫ੍ਰੀ। ਅੱਛਾ ਹਾਂਜੀ ਇੱਥੇ ਤਾਂ ਅਗਰ ਤੁਹਾਡੇ ਕੋਲ ਡਾਕੂਮੈਂਟ ਸਾਈਨ ਨਹੀਂ ਹਨ ਤੇ ਤੁਸੀਂ ਹਸਪਤਾਲ ਵਿੱਚ ਵੜ ਜੋ ਤੇ ਤੁਹਾਡੇ ਕੋਲ ਅਗਰ ਤੁਹਾਨੂੰ ਕੋਈ ਐਸੀ ਬਿਮਾਰੀ ਹੈ ਸਭ ਕੁਝ ਫ੍ਰੀ, ਬਿਲਕੁਲ ਫ੍ਰੀ। ਇਹਨਾਂ ਦੇ ਜਿਹੜੇ ਮਿਨਿਸਟਰ ਹੋਏ ਉਹ ਫਿਰ ਐਵੇਂ ਫੋਂਡਾ ਮਾਰਦਾ ਕਿ ਪੂਰੇ ਯੂਰਪ ਵਿੱਚ ਇਹੋ ਜਿਹੀ ਸਹੂਲਤ ਕਿਰੇ ਨੇ ਅਸੀਂ ਵੇਲੇ ਫ੍ਰੀ ਕਰਨੇ ਆ ਸਾਰਾ। ਨਹੀਂ ਮੈਂ ਤਾਂ ਆਖ ਰਿਹਾ ਅੱਲਾ ਤੇ ਯਕੀਨ ਕਰੋ ਬਈ ਇਟਲੀ ਦੇ ਵਿੱਚ ਦਵਾਈਆਂ ਇਸ ਜਗ੍ਹਾ ਤੇ ਫਰਾਂਸ ਨਾਲ ਮਹਿੰਗੀਆਂ ਨੇ ਕਿਉਂਕਿ ਮੈਂ ਇਟਲੀ ਦੇ ਵਿੱਚ ਦਵਾਈਆਂ ਜਨਾਬ ਲਈ ਲਈਆਂ ਨੇ
ਇਸ ਜਗ੍ਹਾ ਤੋਂ ਲਈਆਂ ਨੇ। ਤੇ ਇਟਲੀ ਦੇ ਵਿੱਚ ਫਰਾਂਸ ਨਾਲੋਂ ਦਵਾਈਆਂ ਦਾ ਰੇਟ ਹੈ ਨਾ ਜਿਹੜਾ, ਉਹ ਮੇਰਾ ਖਿਆਲ ਹੈ ਤੁਸੀਂ ਆਖੋ ਕਿ 40% ਜ਼ਿਆਦਾ। 10% ਜ਼ਿਆਦਾ ਹੈ? 40 ਅੱਛਾ نہیں 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 بھائی 40%۔ ਅੱਛਾ جی 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 ਹਾਂ ਨਹੀਂ ਦਵਾਈ ਕਿਸੇ ਵੇਲੇ ਲੈਣ ਜਾਈਏ ਨਾ ਕੋਈ ਸ਼ਾਇਦ ਸਹੀ ਲੱਗਦਾ ਵੀ ਇੰਨੇ ਪੈਸੇ ਕਿਉਂ ਲੈ ਲੈਣੇ ਤੂੰ। ਨਹੀਂ ਕੋਈ ਦਵਾਈਆਂ ਤਾਂ ਜਿਹੜੀਆਂ ਨੇ ਉਹ نہیں نہیں میں تا انہیں میرے تا الحمدللہ کوئی بیماری نہ تے اگر کوئی ہوندی ہے بیماری مثال دے طور تے میرے کول تا کارڈ ہے، میں اس دے بالکل فری، 100% فری ہے۔ ہاں اگر او دے تے اس لکھے دیو کہ اس کو مرچو تو پھر تواڈے کول 20% یا 30% لیندے نے، تے اگر تس آدھے ہو میں تو بالکل سیمپل ہاں ਤੇ ਉਸ ਦੇ ਵਿੱਚ ਬਿਲਕੁਲ ਫ੍ਰੀ ਨੇ, ਕੋਈ ਤੁਹਾਡੇ ਕੋਲ ਹੈ ਯਾਰ ਇਹ ਜਿਹੜਾ ਹੈ ਦੋ ਨਾ ਆਈਡੀਆਂ ਸੈਂਟ ਨੇ ਨਹੀਂ ਲੈ। ਨਦੀਮ ਪਰਵੇਜ਼ ਸਾਹਿਬ, ਤੁਹਾਡੀਆਂ ਦੋ ਆਈਡੀਆਂ ਨੇ ਜਾਂ ਦੋ ਬੰਦੇ ਹੋ ਤੁਸੀਂ? ਇਹ ਮੈਨੂੰ ਅੱਗੇ ਵੀ ਕਨਫਿਊਜ਼ਨ ਹੁੰਦੀ ਹੈ। ਦੋਵਾਂ ਦਾ ਨਾਮ ਨਦੀਮ ਪਰਵੇਜ਼ ਹੈ ਤੇ ਦੋਵੇਂ ਅੱਜ ਉੱਪਰ ਪੈਨਲ ਦੇ ਬੋਲੋ ਹਾਂ ਜ਼ਰਾ। ਦੋ ਮੇਰੀਆਂ ਹੀ ਨੇ। ਅੱਛਾ ਦੋਵੇਂ ਤੁਹਾਡੀਆਂ, ਠੀਕ ਹੋ ਗਿਆ। ਆਹੋ ਮੈਂ ਅੱਗੇ ਵੀ ਕਨਫਿਊਜ਼ਨ ਜਿਹਾ ਮੈਨੂੰ ਹੋਇਆ, ਮੈਂ ਆਖਿਆ ਇਹ ਨਾਮ ਸੇਮ ਹੈ ਤੇ ਡੀਪੀ ਸ਼ਿਪੀ ਵੱਖੋ ਵੱਖ ਬੰਦੇ ਦੋ ਨੇ ਜਾਂ ਇੱਕੋ ਹੀ ਬੰਦੇ ਦੀਆਂ ਦੋਏ? ਯੂਸਫ ਸਾਹਿਬ ਫਿਰ ਕਾਦੀਆਨੀਆਂ ਦੇ ਬਾਰੇ ਕਿੰਨਾ ਕੁ ਸੁਣਿਆ ਗਿਣਿਆ ਜਾਂ ਅੱਜ ਤਾਈਂ? ਅਸੀਂ ਤਾਂ ਇੱਥੇ ਐਸੇ ਮੌਜੂ ਤੇ ਇਕੱਠੇ ਹੁੰਦੇ ਹਾਂ ਨਾ। ਮੈਂ ਭਾਈਜਾਨ ਤੁਹਾਡਾ ਫੈਨ ਹੀ ਸਿਰਫ ਇਸ ਵਾਸਤੇ ਹਾਂ। ਮੈਂ ਤੁਹਾਨੂੰ ਕਈ ਜਦੋਂ ਸੁਣ ਰਿਹਾ, ਜਦੋਂ ਤੋਂ ਸ਼ੁਰੂ ਹੋਏ ਹੋ, ਤੇ ਮੁਬਸ਼ਰ ਸ਼ਾਹ ਸਾਹਿਬ ਨੂੰ ਸੁਣ ਰਿਹਾ ਤਕਰੀਬਨ 10-12 ਸਾਲਾਂ ਤੋਂ, ਪਰ ਨਾ ਮੈਨੂੰ ਬੋਲਣੇ ਦਾ ਚੱਜ ਇਸ ਬਾਰੇ, ਬਸ ਸੁਣਦਾ ਰਹਿਣਾ ਤੇ ਇਸ ਤੋਂ ਸਿਵਾ ਕੋਈ ਸ਼ੈ ਨਹੀਂ ਸੁਣਦਾ, ਨਾ ਕਦੀ ਗਾਣਾ ਸੁਣਿਆ ਨਾ ਕੁਝ, ਜਾਂ ਕਦੀ ਤਲਾਵਤ ਲਾਏ ਤੇ ਜਾਂ ਫਿਰ ਤੁਹਾਡੀਆਂ ਗੱਲਾਂ, ਬਸ ਇਹ ਜੀ ਮੈਨੂੰ ਇੰਨਾ ਸੁਣਨਾ ਮੈਂ, ਲੇਕਿਨ ਬੋਲਣਾ ਨਹੀਂ ਮੈਨੂੰ ਆਉਂਦਾ। ਨਹੀਂ ਬੋਲਣ ਦਾ ਫਿਰ ਇੰਜ ਹੀ, ਜਦੋਂ ਬੰਦਾ ਬੋਲਦਾ ਤੇ ਅਸੀਂ ਵੀ ਕਿਹੜਾ ਕੋਈ ਮਾਂ ਦੇ ਪੇਟ ਚੋਂ ਬੋਲਣਾ ਸਿੱਖ ਕੇ ਆਏ ਆ, ਬੰਦਾ ਬੋਲਦਾ ਤੇ ਜਾਚ ਆ ਜਾਂਦੀ ਬੋਲਣ ਦੀ। ਹਾਂ ਲੇਕਿਨ ਤੁਸੀਂ ਬਹੁਤ ਠੰਡਾ ਤੇ ਮਿੱਠਾ ਬੋਲਦੇ ਹੋ, ਬਹੁਤ ਨਹੀਂ ਅੱਛਾ ਨਹੀਂ ਬੋਲਦੇ ਹੋ। ਆਮਰ ਭਾਈ ਬਿਲਕੁਲ ਗਲਤ ਗੱਲ ਹੈ। ਮਾਂ ਦੇ ਪੇਟ 'ਚ ਇੱਕ ਸੇਬਾਂ ਬੰਦੇ ਦਾ ਨੂੰ ਮੁਰੱਬਾ, ਅੱਲਾਹ ਤਾਲਾ ਸੈਂਸ ਦਿੰਦਾ ਬੋਲਣ ਦਾ। ਸੇਬਾਂ ਦਾ ਮੁਰੱਬਾ ਖਾਣਾ ਪੈਂਦਾ ਨੇ। ਹੁਣ ਪੱਪੂ ਮਲਕ ਆ ਗਿਆ ਹੈ, ਇਹਨੇ ਤੁਹਾਨੂੰ ਹਾਂ ਹਾਈਪਰ ਕਰ ਹੁਣ ਲੈਣਾ। ਤੁਹਾਨੂੰ ਖਾਣਾ ਪਾਉਣਾ ਸੇਬਾਂ ਦਾ ਮੁਰੱਬਾ ਬਿਲਕੁਲ। ਅੱਛਾ ਅਗਲੇ ਦਿਨ ਮੈਂ ਨਾ ਅੱਖਾਂ ਦਾ ਦਾਰੂ ਲਿਆ ਤੇ 20 ਯੂਰੋ ਦਾ, ਤੇ ਮੈਂ ਹੈਰਾਨ ਰਹਿ ਗਿਆ। ਹਾਂ ਮੇਰੀ ਅੱਖਾਂ ਲਾਲ ਹੋਈਆਂ ਸੀ। ਇਹ ਗੱਲ ਅੱਖਾਂ ਸਾਡੀਆਂ ਤੇ ਮਰਜ਼ਾ, ਸਾਡੀਆਂ ਤੇ ਅੱਖਾਂ ਮਰਜ਼ਾ ਹੀ ਲੈ ਗਏ ਨੇ। ਸਾਡੀਆਂ ਤਾਂ ਅੱਖਾਂ ਸਹੀ। ਸਹੀ ਗੱਲ ਹੈ। ਆਮਿਰ ਭਾਈ ਤੁਸੀਂ ਗੁਜਰਾਤ ਦੇ ਹੋ ਨਾ, ਸ਼ਹਿਰ ਦੇ? ਹਾਂਜੀ ਹਾਂਜੀ ਗੁਜਰਾਤ। ਵਾਹ, ਮੈਂ ਮੰਡੀ ਬਾਵਲਦੀਨ ਸ਼ਹਿਰ ਦਾ ਹਾਂ। 2007 ਵਿੱਚ ਜਦੋਂ ਮੈਂ ਆਇਆ ਨਾ ਤੇ ਮੇਰੀ ਐਨਕ ਹੈ ਹੀ ਕੋਈ ਨਹੀਂ ਸੀ, ਯਾਨੀ ਕਿ ਬਗੈਰ ਐਨਕ ਤੋਂ ਮੈਂ ਆਇਆ ਸੀ। ਤੇ ਫਿਰ ਜਦੋਂ ਮੈਂ ਇੱਥੇ ਨਵਾਂ ਨਵਾਂ ਆਇਆ ਤੇ ਮੇਰਾ ਖਿਆਲ ਹੈ ਮੈਨੂੰ ਐਵੇਂ ਸ਼ੱਕ ਪੈਣ ਲੱਗਾ ਕਿ ਮੇਰਾ ਨਾ ਕੋਈ ਸਾਲ ਕੁ ਬਾਅਦ ਨਜ਼ਰ ਤੇ ਫਰਕ ਪਿਆ, ਤੇ ਉਹ ਮੈਂ ਚੈੱਕ ਕਰਵਾਇਆ ਤੇ ਉਹ 0.5 ਕਹਿ ਲਓ ਤੁਸੀਂ, ਜਿਹਨੂੰ ਕਹਿੰਦੇ ਅੱਧਾ ਪੁਆਇੰਟ। ਹਾਂਜੀ ਉਦੋਂ ਮੈਂ ਲਾਣੀ ਸ਼ੁਰੂ ਕੀਤੀ 2009 ਤੋਂ ਬਾਅਦ 0.50 ਅੱਧੇ ਪੁਆਇੰਟ ਦੀ। ਉਹ ਫਿਰ ਹੌਲੀ 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 ਵੱਧਦੀ 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 ਹੁਣ ਤੇ ਫਿਰ ਸ਼ੂਗਰ ਤੇ ਨਹੀਂ ਤੁਹਾਨੂੰ? ਨਾ ਅੱਲਾ ਮਾਫੀ ਦੇ। ਚਲੋ ਸ਼ੁਕਰ ਹੈ। ਹੁਣ ਤਾਂ ਫਿਰ 4.5 ਤੇ ਆ ਗਈ ਹੈ ਤੇ ਮਿਰਜ਼ਈਆਂ ਨੂੰ ਬਦਦੁਆਈ ਦਿਓ ਆਮਿਰ ਭਾਈ। ਸਾਡੇ ਕੋਲ ਇੱਕ ਬੰਦਾ ਸੀ, ਉਹ ਸਾਬਕਾ ਮਿਰਜ਼ਾਈ ਸੀ। ਯੂਸਫ ਸਰ ਗੱਲ ਸੁਣਨਾ ਜੀ ਜੀ ਆਬ ਹੁਸੈਨ ਸਾਹਿਬ ਜਰਾ ਮਾਈਕ ਨੋਟ ਕਰ ਲਓ। ਬੰਦਾ ਬੜਾ 60 ਕੁ ਸਾਲ ਦਾ ਨਾ ਮੈਚੋਰ ਬੰਦਾ ਸੀ, ਤੇ ਮੇਰੀ ਉਹਦੀ ਮੁਲਾਕਾਤ ਹੋਈ ਤੇ ਹੋਮਿਓਪੈਥਿਕ ਦਾ ਉਹ ਦਿੰਦਾ ਸੀ, ਇਲਾਜ ਸ਼ਾਜ ਕਰਦਾ ਸੀ। ਇੱਕ ਉਹਨੇ ਆਪਣੀ ਵਾਲਦਾ ਦੇ ਨਾਂ ਤੇ ਨਾ ਲਾਇਬ੍ਰੇਰੀ ਬਣਾਈ ਸੀ, 6000 ਕਿਤਾਬ ਉਦੋਂ ਦੀ ਲਾਇਬ੍ਰੇਰੀ ਵਿੱਚ ਸੀ। ਉਹ ਮੈਨੂੰ ਸ਼ੌਕ ਸੀ ਲਾਇਬ੍ਰੇਰੀ ਦਾ, ਤੇ ਮੈਂ ਉਹਦੇ ਕੋਲ ਹੋਮਿਓਪੈਥਿਕ ਦੇ ਬਹਾਨੇ ਜਾਣਾ ਤੇ ਕੋਈ ਕਿਤਾਬ ਸ਼ਤਾਬ ਲੈ ਆਉਣੀ ਪੜ੍ਹਨ ਵਾਸਤੇ। ਉਹਨੇ ਇੱਕ ਦਿਨ ਮੇਰੇ ਭਾਈ ਨੂੰ ਆਖਿਆ, ਉਹਨੇ ਆਖਿਆ ਉਹ ਹੋਮਿਓਪੈਥਿਕ ਦਾ ਨਾ ਕਰਦਾ ਸੀ, ਹਰ ਕਿਸਮ ਦਾ ਇਲਾਜ, ਹਰ ਬਿਮਾਰੀ ਦਾ ਇਲਾਜ ਕਰਦਾ ਸੀ। ਤੇ ਉਹ ਸਾਬਕਾ ਮਿਰਜ਼ਾਈ ਸੀ। ਫਿਰ ਉਹ ਜਦੋਂ ਮਿਰਜ਼ਾਈਅਤ ਛੱਡੀ ਤੇ ਬਿਹਾਈ ਹੋ ਗਿਆ, ਤੇ ਫਿਰ ਬਿਹਾਈਅਤ ਵੀ ਛੱਡਤੀ। ਤੇ ਮੈਂ ਇੱਕ ਦਿਨ ਉਹਨੂੰ ਪੁੱਛਿਆ, ਮੈਂ ਆਖਿਆ ਵੀ ਲੰਬਰਦਾਰ ਸਾਹਿਬ ਹੁਣ ਅੱਜ ਕੱਲ੍ਹ ਤੁਸੀਂ ਕੀ ਹੋ ਫਿਰ?
ਕਹਿੰਦਾ ਹੈ ਮੈਂ ਅਹਿਲ ਸੁਨਨਤ ਵਲ ਜਮਾਤ ਹਾਂ, ਪਰ ਮੈਂ ਫਜ਼ੀਲਤ ਅਲੀ ਦਾ ਕਾਇਲ ਹਾਂ। ਉਹ ਗੱਲ ਮੇਰੇ ਉੱਤੋਂ ਦੀ ਲੰਘ ਗਈ। ਉਦੋਂ ਜਵਾਨ ਸਾਂ ਮੈਂ, ਕੋਈ 30-31 ਸਾਲ ਮੇਰੀ ਉਮਰ ਸੀ। ਤੇ ਮੈਂ ਆ ਕੇ ਕਾਰੀ ਸਾਹਿਬ ਨੂੰ ਪੁੱਛਿਆ, ਮੈਂ ਆਖਿਆ ਬੰਦਾ ਇੱਕ ਮਿਲਿਆ ਹੈ, ਤੇ ਉਹ ਕਹਿੰਦਾ ਹੈ ਮੈਂ ਸੁੰਨੀ ਆ, ਪਹਿਲਾਂ ਉਹ ਮਰਜ਼ਈ ਸੀ ਤੇ ਫਿਰ ਉਹਨੇ ਛੱਡਿਆ ਤੇ ਬਿਹਾਈ ਹੋ ਗਿਆ, ਤੇ ਫਿਰ ਉਹਨੇ ਇਸਲਾਮ ਕਬੂਲ ਕਰਕੇ ਤੇ ਕਹਿੰਦਾ ਹੁਣ ਹੈ ਮੈਂ ਸੁੰਨੀ ਆ, ਭਰਾ ਉਹਦੇ ਸ਼ੀਆ ਨੇ। ਤੇ ਕਹਿੰਦਾ ਮੈਂ ਸੁੰਨੀ ਆ ਪਰ ਮੈਂ ਫਜ਼ੀਲਤ ਅਲੀ ਦਾ ਕਾਇਲ ਹਾਂ। ਮੈਂ ਕਿਹਾ ਇਹਦਾ ਕੀ ਮਤਲਬ ਹੁੰਦਾ ਹੈ? ਔਰ ਕਾਰੀ ਸਾਹਿਬ ਮੈਨੂੰ ਸਮਝਾਇਆ, ਉਹਨਾਂ ਆਖਿਆ ਵੀ ਫਜ਼ੀਲਤ ਅਲੀ ਦੇ ਕਾਇਲ ਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਦੀਗਰ ਸਾਹਬਾ ਦੇ ਉੱਤੇ ਸੈਯਦਨਾ ਅਲੀ ਰਜ਼ੀ ਅੱਲਾਹ ਤਾਲਾ ਉਹਨਾਂ ਦੀ ਫਜ਼ੀਲਤ ਦਾ ਕਾਇਲ ਹਾਂ, ਯਾਨੀ ਉਹਨਾਂ ਨੂੰ ਜ਼ਿਆਦਾ ਅਫਜ਼ਲ ਮੰਨਣਾ ਵਾ ਦੀਗਰ ਸਾਹਬਾ ਦੇ ਉੱਤੇ, ਸੈਯਦਨਾ ਸਿੱਦੀਕ ਅਕਬਰ ਦੇ ਉੱਤੇ, ਸੈਯਦਨਾ ਉਮਰ ਰਜ਼ੀ ਅੱਲਾਹ ਤਾਲਾ ਦੇ, ਦੀਗਰ ਸਾਰੇ ਸਾਹਬਾ ਦੇ ਉੱਤੇ। ਤੇ ਉਹ ਬੰਦੇ ਦੀ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ ਕਿ ਬੰਦਾ ਉਹ ਵੈਸੇ ਮੁਤਾਲੇ ਵਾਲਾ ਸੀ। 6000 ਕਿਤਾਬ ਜਿਹੜਾ ਲਾਇਬ੍ਰੇਰੀ ਸੀ ਜ਼ਾਹਿਰ ਉਹਦਾ ਸਾਰਾ ਪੜ੍ਹੀ ਸੀ ਉਹਨੇ, ਤੇ ਧੱਕੇ ਵੀ ਉਹਨੇ ਬੜੇ ਖਾਦੇ ਸੀ। ਜਿਹੜਾ ਬੰਦਾ ਮਿਰਜ਼ਾਈ ਰਹਿ ਕੇ ਮਿਰਜ਼ਾਈ ਨੂੰ ਖੰਗਾਲ ਕੇ ਮਿਰਜ਼ਾਈਅਤ ਨੂੰ ਤੇ ਉੱਥੋਂ ਨਿਕਲਿਆ ਹੋਵੇ ਤੇ ਫਿਰ ਵਿਆਹੀ ਹੋ ਜੇ, ਵਿਆਹੁੱਲਾ ਰਾਣੀ ਦੇ ਪਿੱਛੇ ਲੱਗ ਜੇ, ਫਿਰ ਉਹਨੂੰ ਵੀ ਛੱਡ ਕੇ ਤੇ ਬੰਦਾ ਇਸਲਾਮ ਕਬੂਲ ਕਰੇ, ਤੇ ਉਹਨੇ ਫਿਰ ਵਾਹਵਾ ਹੀ ਘਾਟ ਘਾਟ ਦਾ ਪਾਣੀ ਪੀਤੇ ਆ ਨਾ। ਉਹਨੇ ਆਖਿਆ ਵੀ ਮੈਂ ਵਲੀ ਅੱਲਾ ਦੀ ਪਹਿਚਾਣ ਰੱਖਣਾ, ਮੈਨੂੰ ਵਲੀ ਅੱਲਾ ਦੀ ਪਹਿਚਾਣ ਹੈ। ਮੇਰੇ ਭਾਈ ਨੇ ਆਖਿਆ ਵੀ ਤੁਹਾਡੇ ਕੋਲ ਕਿਹੜੀ ਪਹਿਚਾਣ ਹੈ ਵਲੀ ਅੱਲਾ ਦੀ, ਦੱਸੋ ਸਾਨੂੰ ਵੀ। ਗਿੱਦੜ ਸਿੰਘੀ ਜਿਹੜੀ ਤੁਹਾਡੇ ਕੋਲ ਹੈ ਸਾਨੂੰ ਵੀ ਦੇ ਦਿਓ, ਅਸੀਂ ਪਹਿਚਾਣ ਕਰ ਲਈ ਆ ਵਲੀ ਅੱਲਾ। ਕਹਿੰਦਾ ਵੀ ਮੇਰੇ ਕੋਲ ਇੱਕ ਪੈਰਾਮੀਟਰ ਹੈ, ਉਹ ਮੈਂ ਲਾਨਾ ਤਾਂ ਮੈਨੂੰ ਪਤਾ ਲੱਗ ਜਾਂਦਾ ਅੱਲਾ ਦਾ ਵਲੀ ਹੈ। ਉਹਨੇ ਹੈ ਦੱਸੋ ਤਾਂ ਸਹੀ ਨਾ ਉਹ ਕਿਹੜਾ? ਕਹਿੰਦਾ ਜਿਹੜੇ ਬੰਦੇ ਦੀ ਉਮਰ 40 ਸਾਲ 45 ਸਾਲ ਤੋਂ ਉੱਤੇ ਹੋਵੇ ਨਾ, ਤੇ ਉਹ ਮੇਰੇ ਕੋਲ ਆਵੇ ਦਵਾਈ ਲੈਣ, ਤੇ ਜੇ ਉਹਨੂੰ ਬਲੱਡ ਪ੍ਰੈਸ਼ਰ ਵੀ ਨਾ ਹੋਵੇ, ਸ਼ੂਗਰ ਵੀ ਨਾ ਹੋਵੇ, ਹੈਪੇਟਾਈਟਸ ਵੀ ਨਾ ਹੋਵੇ, ਕੈਂਸਰ ਵੀ ਨਾ ਹੋਵੇ, ਕੋਈ ਇਸ ਤਰ੍ਹਾਂ ਦੀ ਮੋਹਲਕ ਬਿਮਾਰੀ ਨਾ ਹੋਵੇ, ਤੇ ਮੈਨੂੰ ਪਤਾ ਲੱਗ ਜਾਂਦਾ ਅੱਲਾ ਦਾ ਵਲੀ ਹੈ। ਉਹਨੇ ਆਖਿਆ ਵੀ, ਮੇਰੇ ਭਾਈ ਨੇ ਆਖਿਆ ਵੀ ਇਹ ਕਿਹੜਾ ਪੈਰਾਮੀਟਰ ਹੈ ਜਿਹੜਾ ਤੁਸੀਂ ਰੱਖਿਆ? ਉਹਨੇ ਫਿਰ ਦੱਸਿਆ, ਉਹਨੇ ਆਖਿਆ ਅਸਲ ਗੱਲ ਇਹ ਕਿ ਇਹ ਜਿੰਨੀਆਂ ਬਿਮਾਰੀਆਂ ਦੇ ਮੈਂ ਨਾਂ ਲਏ ਨੇ ਨਾ, ਇਹ ਸਭ ਟੈਨਸ਼ਨ ਨਾਲ ਪੈਦਾ ਹੁੰਦੀਆਂ ਨੇ। ਸ਼ੂਗਰ ਵੀ ਟੈਨਸ਼ਨ ਨਾਲ ਹੁੰਦੀ ਹੈ, ਬਲੱਡ ਪ੍ਰੈਸ਼ਰ ਵੀ ਟੈਨਸ਼ਨ ਨਾਲ ਹੁੰਦੀ ਹੈ, ਕੈਂਸਰ ਵੀ ਟੈਨਸ਼ਨ ਨਾਲ ਹੁੰਦਾ ਹੈ, ਈਵਨ ਜਿਹੜਾ ਜਿਗਰ ਦਾ ਮਸਲਾ ਹੁੰਦਾ ਉਹ ਵੀ, ਜਿਗਰ ਉਹਨਾਂ ਖੂਨ ਪ੍ਰੋਡਿਊਸ ਨਹੀਂ ਕਰਦਾ ਤੇ ਉਹਨੂੰ ਪ੍ਰੋਬਲਮ ਹੈਪੇਟਾਈਟਸ ਦੀ ਹੁੰਦੀ ਹੈ। ਤੇ ਉਹਨੇ ਆਖਿਆ ਜਿਹੜੇ ਬੰਦੇ ਨੂੰ 40-45 ਸਾਲ ਤੋਂ ਬਾਅਦ ਟੈਨਸ਼ਨ ਨਹੀਂ ਹੈ, ਟੈਨਸ਼ਨ ਫਰੀ ਬੰਦਾ ਹੈ, ਉਹ ਫਿਰ ਮੀਆਂ ਮੁਹੰਮਦ ਬਖਸ਼ ਨੇ ਆਖਿਆ ਜਿਹੜੇ ਲੋਕ ਤਵੱਕਲ ਵਾਲੇ ਬਿਨ ਮਸ਼ੱਕਤੋਂ ਪਲਦੇ, ਬਾਗਾਂ ਨਾਲੋਂ ਸਾਵੇ ਹੁੰਦੇ ਉੱਚੇ ਰੁੱਖ ਜੰਗਲ ਦੇ। ਯਾਨੀ ਜਿਹੜੇ ਬੰਦੇ ਤਵੱਕਲ ਵਾਲੇ ਹੁੰਦੇ ਨੇ ਨਾ, ਉਹ ਟੈਨਸ਼ਨ ਫਰੀ ਹੁੰਦੇ ਨੇ। ਜਿਹੜੇ 40-45 ਸਾਲ ਤੋਂ ਉੱਤੇ ਹੋ ਗਏ ਨੇ ਤੇ ਉਹਨਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਸ਼ਦੀਦ ਟੈਨਸ਼ਨ ਨਹੀਂ ਹੈ ਕਿ ਉਹਨਾਂ ਨੂੰ ਨਾ ਸ਼ੂਗਰ ਹੈ, ਨਾ ਬਲੱਡ ਪ੍ਰੈਸ਼ਰ ਹੈ, ਨਾ ਹੈਪੇਟਾਈਟਸ ਹੈ, ਨਾ ਕੈਂਸਰ ਹੈ। ਉਹਨੇ ਆਖਿਆ ਇਹਦਾ ਮਤਲਬ ਉਹ ਪੱਕਾ ਤਵੱਕਲ ਵਾਲਾ ਬੰਦਾ ਹੈ, ਉਹ ਪੱਕਾ ਅੱਲਾ ਦਾ ਵਲੀ ਹੈ। ਇਹ ਉਹਨੇ ਨਾ ਆਜ਼ਰਾ ਤਫੰਨ ਨੂੰ ਗੱਲ ਸੁਣਾਈ ਕਿ ਇਹ ਵਲੀ ਅੱਲਾ ਦੀ ਪਹਿਚਾਣ ਹੈ। ਤੇ ਯੂਸਫ ਸਾਹਿਬ ਇਹ ਮੇਰੀ ਪਹਿਚਾਣ ਹੈ ਕਿ ਮੈਨੂੰ ਅੱਲਾ ਦਾ ਸ਼ੁਕਰ ਹੈ ਅੱਜ ਤਾਈਂ ਕੋਈ ਮਸਲਾ ਨਹੀਂ ਆਇਆ, ਕੱਲ ਦਾ ਪਤਾ ਨਹੀਂ ਹੈ। ਮਾਸ਼ਾਅੱਲਾ, ਪਰ ਤੁਸੀਂ ਅੱਲਾ ਦੇ ਵਲੀ ਹੋ ਕੇ ਵਲੀ ਵਲੀ ਇਹ ਬੈਤਾਂ पे ਲਾਉਂਦੇ ਆ, ਮਲਕ ਇਮਰਾਨ ਦੀ ਤੇ ਮਲਕ ਕੈਸਰ ਦੀ ਲੈ ਲਈ ਬੈਤ, ਦੋ ਤਾਂ ਹੋ ਗਈਆਂ ਨੇ, ਉਹ ਹੋ ਗਈਆਂ ਨੇ, ਤੀਜੇ ਦੀ ਤਲਾਸ਼ ਚ। ਨਤੀਜਾ ਵੀ ਲੱਭ ਗਿਆ ਯੂਸਫ। ਨਹੀਂ ਅੱਲਾ ਤੁਹਾਨੂੰ ਜੀ ਖੁਸ਼ ਰੱਖੇ। ਤੇ ਤੁਸੀਂ ਆਮਿਰ ਭਾਈ ਸਾਡੇ ਬਜ਼ੁਰਗ ਹੋ, ਸਾਡੇ ਉਸਤਾਦ ਹੋ, ਤੇ ਅੱਲਾਹ ਤਾਲਾ ਮੈਂ ਤਾਂ ਇਹ ਨਾ ਕਿ ਮੇਰੀ ਜ਼ਿੰਦਗੀ ਦੀ ਜਿਹੜੀ ਹੈ ਨਾ, ਉਹ ਅੱਲਾ ਤੁਹਾਨੂੰ ਲੰਮੀ ਜ਼ਿੰਦਗੀ ਦੇ, ਅੱਲਾ ਤੁਹਾਨੂੰ ਖੁਸ਼ ਰੱਖੇ। ਤੁਹਾਡਾ ਇੰਨਾ ਹੀ ਬਤੇਰਾ ਹੈ। ਇਹ ਜੋ ਕੋਈ ਸਾਡੇ ਮੁਲਕ ਵਿੱਚ ਜਾਂ ਸਾਡੀ ਸੁਸਾਇਟੀ 'ਚ ਹੁੰਦਾ ਹੈ ਨਾ ਪਿਆ, ਤੁਹਾਡਾ ਹੱਸ ਕੇ ਭਾਈ ਜੀ ਕਰਕੇ ਮਿਲ ਸੜਨਾ ਹੀ ਸਾਰਾ ਕੁਝ ਹੈ। ਇਹਦੇ ਵਿੱਚ ਹੀ ਬੈਤ ਆ ਜਾਂਦੀ ਹੈ, ਇਹਦੇ ਵਿੱਚ ਹੀ ਉਸਤਾਦੀ ਤੇ ਸ਼ਾਗਿਰਦੀ ਤੇ ਭਰਪਰੀ ਆ ਜਾਂਦੀ ਹੈ। ਇਸ ਦੌਰ ਦੇ ਵਿੱਚ ਜਿਹੜਾ ਜਾਂਦਾ ਵਕਤ ਹੈ ਨਾ, ਅੱਲਾ ਮਾਫੀ ਦੇ, ਜਿਹੜਾ ਸਾਡੇ ਸੁਸਾਇਟੀ ਦਾ ਹਾਲ ਹੋਇਆ ਪਿਆ ਹੈ, ਕੁਝ ਨਾ ਗੱਲ ਕਹਿੰਦੇ ਨੇ, ਇਸ ਸਭ ਗੋਲ ਤੇ ਕੁਝ ਨਾ ਫੋਲ। ਜੋ ਕੋਈ ਸਾਡੇ ਬੰਦਿਆਂ ਦੇ ਹਾਲਾਤ ਵਾਕਿਆਤ ਨੇ ਨਾ, ਯਾਨੀ ਬੰਦੇ ਮਿਲਣ ਵਾਲੇ ਰਹੇ ਨਹੀਂ ਹਨ, ਬੰਦੇ ਤਲਕ ਰੱਖਣ ਵਾਲੇ ਰਹੇ ਨਹੀਂ ਹਨ। ਇੰਨੇ ਕੁ ਹਾਲਾਤ ਖਰਾਬ ਨੇ, ਬਗੈਰ ਮਤਲਬ ਤੋਂ ਕੋਈ ਬੰਦਾ ਕਿਸੇ ਨਾਲ ਸਲਾਮ ਨਹੀਂ ਲੈਂਦਾ। ਲਾਲਚ ਹੋਵੇਗਾ ਤੇ ਕੋਈ ਬੰਦਾ ਤੁਹਾਡੇ ਨਾਲ ਫੋਨ ਕਰੇਗਾ, ਸਲਾਮ ਲਏਗਾ। ਮੇਰਾ ਇੱਕ ਰਿਸ਼ਤੇਦਾਰ ਹੀ ਕਹਿ ਲਓ, ਬਰਾਦਰੀ 'ਚ ਕਹਿ ਲਓ, ਮੈਨੂੰ ਪਹਿਲਾਂ ਦੇ ਇਟਲੀ ਆਏ ਨੇ ਕਾਫੀ ਸਾਲ ਪਹਿਲੇ, तो कोई 7-8 साल 10 साल पहला उन्होंने मैंने एक दिन आख्या मेरे को मोबाइल ही कोई नहीं है। मैं आख्या तुसी क्यों नहीं खालिद साहब मोबाइल को रखा?
ਕਹਿੰਦੇ ਯਾਰ ਇੱਕ ਗੱਲ ਮੈਂ ਤੁਹਾਨੂੰ ਅਮਰ ਦੱਸਾਂ, ਜਿਹੜਾ ਮੋਬਾਈਲ ਹੈ ਇਹ ਨਿਰੀ ਬਿਮਾਰੀ ਹੈ। ਮੈਂ ਕਿਹਾ ਵੀ ਇਹ ਨਿਮਤ ਹੈ ਅੱਲਾ ਦੀ, ਵੀ ਕਿਤੇ ਫੋਨ ਸ਼ੋਨ ਕਿਸ ਦੀ ਜ਼ਰੂਰਤ ਹੁੰਦੀ ਪੂਰੀ, ਤੁਸੀਂ ਕੈਸੀ ਗੱਲ ਪੇ ਕਰਦੇ ਹੋ। ਕਹਿੰਦੇ ਨਹੀਂ, ਕੋਈ ਬੰਦਾ ਦੱਸ ਜਿਹੜਾ ਬਗੈਰ ਕੰਮ ਤੋਂ ਤੁਹਾਨੂੰ ਫੋਨ ਕਰਦਾ ਹੋਵੇ, ਜਦੋਂ ਫੋਨ ਕਰਨਗੇ ਕਿਸੇ ਕੰਮ ਨਾਲ ਹੀ ਕਰਨਗੇ। ਕਹਿੰਦੇ ਨੇ ਜਦੋਂ ਫੋਨ ਮੇਰੇ ਕੋਲ ਹੋਵੇ ਤੇ ਕਿਸੇ ਬੁੱਤੀ ਪਾਣੀ ਹੁੰਦੀ ਹੈ ਇਹਨਾਂ ਨੇ ਫੋਨ ਕਰਕੇ। ਕਦੇ ਕੋਈ ਬੰਦਾ ਦੱਸ ਜਿਹਨੇ ਫੋਨ ਕਰਕੇ ਆਖਿਆ ਵੀ ਮੈਂ ਤੁਹਾਡੀ ਆਵਾਜ਼ ਸੁਣਨ ਤੇ ਦਿਲ ਪਿਆ ਕਰਦਾ ਸੀ ਤੇ ਮੈਂ ਆਖਿਆ ਵੀ ਚਲੋ ਗੱਪਸ਼ਪ ਲਾਉਂਦੇ ਆ, ਮਿਲਨੇ ਆ, ਚਲੋ ਫੋਨ ਤੇ ਹੀ ਤੁਸੀਂ ਦੂਰ ਹੋ ਮਿਲ ਨਹੀਂ ਸਕਦੇ ਤੇ ਤੁਹਾਡੀ ਆਵਾਜ਼ ਸੁਣਨ। ਜਿਹੜਾ ਬੰਦਾ ਕਰਦਾ ਉਹ ਕਿਸੇ ਕੰਮ ਵਾਸਤੇ ਹੀ ਕਰਦਾ, ਲੋੜ ਨਹੀਂ ਕਰਦਾ ਉਂਝ ਜਿੱਥੇ ਬੰਦਾ ਫੋਨ ਵੀ ਕੋਈ ਨਹੀਂ ਕਰਦਾ ਹੈ। ਤੇ ਬਾਅਦ ਚ ਬਹੁਤ ਸਾਰੇ ਜਿਹੜੇ ਤਜਰਬਾਤ ਨੇ ਉਹਨਾਂ ਦੇ ਵਿੱਚ ਇਹੋ ਹੀ ਗੱਲ आमिर ਆਈ। भाई मेरे इस याद रिश्तेदार रहने ने, अगर मैं उन्होंने एक बारी फोन करा ना तो मेरा 4 घंटे तो या 5 घंटे तो बाद जवाब जवाब देना। हाँ नाली फोन किया ईमान हाँ मैं तो काम में क्योंकि सर फोन नहीं कहते कि नहीं इस बंदे एमरजेंसी ना होवे इस सारा अपना काम छोड़ के ना जाना पवे। ਆਵਾਜ਼ ਬ੍ਰੇਕ ਹੋਣ ਤੁਹਾਡੀ ਲੱਗ ਪਈ। ਤੂੰ ਪੱਪੂ ਮਲਕ ਆਇਆ ਸੀ, ਕਿੱਧਰ ਗਿਆ? ਨਾਲ ਜਿਹੜਾ ਨਾ ਪੱਪੂ ਮਲਕ ਥੱਲੇ ਵੇ, ਉਹ ਜਿਹੜੀ ਪੇ ਗੱਲ ਆਂਦੇ ਸੋ ਉਹਨੂੰ ਪੱਪੂ ਮਲਕ ਨੂੰ ਤੇ ਬੁਲਾਉਣਾ ਸੀ ਉੱਤੇ, ਪਰ ਹੁਣ ਟਾਈਮ ਕਾਫੀ ਹੋ ਗਿਆ। ਸਵੇਰ ਕਿੰਨੇ ਵਜੇ ਜਾਣਾ ਜੀ ਕੰਮ ਤੇ? ਨਹੀਂ ਛੁੱਟੀਆਂ ਲਈਆਂ ਨੇ ਕਿ ਕੰਮ ਤੇ ਕਿਉਂ ਜਾਣਾ? ਅੱਛਾ, ਮੈਂ ਤੇ 5 ਵਜੇ ਉੱਠਣਾ, ਸਵੇਰ ਜਾਣਾ। ਜੁਮੇਰਾਤ ਨੂੰ ਇਨਸ਼ਾਅੱਲਾ ਸ਼ੁਰੂ ਕਰਾਂਗੇ। ਅੱਛਾ ਅੱਛਾ, ਈਦ ਉਹਨਾਂ ਨੇ ਕਿਹੜੇ ਫੋਨ ਦਿਨ ਹੈ? ਕੀਤਾ 2-3 ਵਾਰੀ ਮੈਨੂੰ ਫੋਨ। ਜੇ ਈਦ ਕਿਹੜੇ ਦਿਨ ਹੈ? ਬੁੱਧ ਨੂੰ ਬਣਦੀ ਹੈ ਨਾ, ਇੱਥੇ 30 ਰੋਜ਼ੇ ਉਹਨਾਂ ਲਿਖੇ ਨੇ ਕੈਲੰਡਰ ਤੇ। ਅੱਛਾ ਅੱਛਾ, ਅੱਜ 28 ਹੋ ਗਏ ਨੇ, ਕੱਲ 29 ਆ ਤੇ ਪਰਸੋਂ ਮੰਗਲ ਨੂੰ 30 ਤੇ ਬੁੱਧ ਨੂੰ ਬਣਦੀ। ਬਹੁਤ ਜੇ ਪਰਸੋਂ ਕਿਰੇ ਮੌਲਵੀਆਂ ਚਾਨਣਾ ਵੇਖ ਲਿਆ ਸਾਊਦੀ ਵਾਲਿਆਂ ਤੇ। ਯਾਨੀ 29 ਕਰਾ ਦੇਣ ਤਾਂ ਸ਼ਾਇਦ। ਨਹੀਂ ਭਾਈ ਵੀ 260 ਬਰਗੋ 260 ਹੋ ਤੇ ਅਸਾ ਤੋੜ ਯਾ ਤੂਫਾਨਿਓ ਅਮਰ ਭਾਈ ਹੋ ਗਏ ਜਾਂ ਇਸਕਾਰ ਸਾਹਿਬ ਹੋ ਗਏ। पहला नंबर पड़ा है, दूसरा नंबर जा भाई दा है ते फिर तीसरा नंबर स्कान भाई दा है ਤੇ ਉਹਨਾਂ ਦੇ ਨਾਲ ਹੀ ਜਨਾਬ ਤੁਹਾਡੀ ਆਵਾਜ਼ ਬ੍ਰੇਕ ਹੁੰਦੀ ਪਈ ਹੈ। ਮੌਜੂ ਭੱਟ ਸਾਹਿਬ ਤੁਸੀਂ ਪਤਾ ਨਹੀਂ ਕਿੱਥੇ ਹੋ, ਕੱਲ ਪਿਆਂਦੇ ਹੋ ਆਖਰੀ ਰੋਜ਼ਾ ਤੁਹਾਡਾ ਹੋਏਗਾ, ਕਿੱਥੇ ਹੋ, ਕਿਹੜੇ ਮੁਲਕ 'ਚ ਹੋ ਤੁਸੀਂ? ਆਖਰੀ ਰੋਜ਼ਾ ਕਿਸ ਤਰ੍ਹਾਂ ਹੋ ਜਾਏਗਾ? ਕੱਲ ਸੋਮਵਾਰ 29 ਹੈ ਤੇ ਪਰਸੋਂ 30 ਆ। 29 ਰੋਜ਼ੇ ਤੁਹਾਡੇ ਕਿਸ ਤਰ੍ਹਾਂ ਪਤਾ 29 ਹੋਣੇ ਨੇ? ਕਿਹੜੇ ਮੁਲਕ 'ਚ ਹੋ ਤੁਸੀਂ? ਜਿਹੜਾ ਇਸਲਾਮਿਕ ਕੈਲੰਡਰ ਮੇਰੇ ਕੋਲ ਵੇ ਉਹਦੇ ਵਿੱਚ ਉਹਨੇ 30 ਰੋਜ਼ੇ ਲਿਖੇ ਨੇ। ਨਜ਼ੀਰ ਭਾਈ ਮੈਂ ਸੌ ਸਕਣਾ, ਮੈਂ ਸਵੇਰ 5 ਵਜੇ ਉੱਠ ਕੇ ਜਾਣਾ। ਜੀ 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 ਠੀਕ ਹੈ ਯੂਸਫ ਸਾਹਿਬ, ਮੈਂ ਵੀ ਬਸ ਬੰਦ ਕਰਨ ਲੱਗਾ। ਅੱਛਾ ਸਊਦੀਆ ਵਿੱਚ ਕਿਸ ਤਰ੍ਹਾਂ ਤੁਹਾਡਾ ਆਖਰੀ ਰੋਜ਼ਾ ਜਰਾ ਦੱਸ ਦਿਆ ਜੇ ਭੱਟ ਸਾਹਿਬ। ਮਲਕ ਸਾਹਿਬ ਸਊਦੀਆ ਵਾਲੇ ਸਾਥ ਨੂੰ ਜੀ ਅੱਲਾ ਸੁਣਨ ਦੇ ਵਾਲੇ, ਅੱਲਾ ਦੇ ਵਾਲੇ। ਇਹ ਸਊਦੀਆ ਦੇ ਵਿੱਚ ਕੱਲ 29 ਰੋਜ਼ਾ ਨਹੀਂ ਹੈ? ਉਹ ਭੱਟ ਸਾਹਿਬ ਉਹ ਤਾਂ ਆਵੇ ਦੱਸਿਓ। ਕੱਲ ਸੌਦੀਆ ਜੋ ਨਦੀਆਂ ਰੋਜ਼ਾ ਹੈ ਤੇ ਪਰਸੋਂ ਤਰੀਆਂ। ਵਾਲੇਕੁਮ ਸਲਾਮ। ਕੱਲ 29 ਰੋਜ਼ਾ ਤੇ ਕੀ ਹੋਇਆ? भाई क्या हाल है? ਕੋਈ ਕਨਫਰਮ ਨਹੀਂ ਹੋਇਆ, ਪਰਸੋਂ ਤਰੀਆ ਹੋਣਾ ਹੈ। ਨਹੀਂ ਸਊਦੀਆ ਵਾਲਿਆਂ ਨੇ ਕੋਈ ਕਿਹਾ ਵੀ ਖਬਰਾਂ 'ਚ ਵੀ 29 ਦਾ ਚਾਨਣ ਹੋ ਸਕਦਾ ਹੈ? ਨਹੀਂ ਨਹੀਂ ਕੁਝ ਵੀ ਨਹੀਂ ਐਸੀ ਗੱਲ, ਹਾਲੇ ਤੱਕ ਕੁਝ ਵੀ ਨਹੀਂ ਸੁਣਿਆ ਸੀ। ਇਹ ਥੱਲੇ ਭੱਟ ਸਾਹਿਬ ਪੇ ਕਹਿੰਦੇ ਨੇ ਕੋਈ ਗੱਲ ਮੌਜੂ ਭੱਟ ਸਾਹਿਬ। नहीं अमर भाई कोई ऐसी गल हाले तक ज़ाहिर नहीं हुई। कल पता लगना 29 होने ही नहीं, तो पता बहुत घट चांस होने कि 10 साल 20 साल जे कदा रोजा चला जावे, नहीं तो 30 पूरे होने। ਨਹੀਂ ਐਤਕੀ ਉਹਨਾਂ ਨੇ ਤਰੀਆਂ ਦਾ ਵੈਸੇ ਵੀ ਐਲਾਨ ਕੀਤਾ ਹੈ ਤੇ ਜਿਹੜਾ ਚੰਨ ਹੈ ਨਾ ਉਹਦੇ ਤੋਂ ਵੀ ਮੈਨੂੰ ਵੇਖ ਕੇ ਤੇ ਸ਼ੱਕ ਪਿਆ ਕਿ 30 ਹੋ ਜਾਣੇ ਨੇ, ਇਸ ਗੱਲੇ ਕਿ ਪਹਿਲੇ ਦਿਨ ਬਿਲਕੁਲ ਮਤਲਬ ਸਾਫ਼ ਸੀ। ਅਸੀਂ ਪੂਰਾ ਪਿਓ ਪੁੱਤਰ ਜ਼ੋਰ ਮਾਰ ਲੱਥਿਆਂ ਤੇ ਸਾਨੂੰ ਚੰਨ ਲੱਭਾ ਨਹੀਂ। ਤੇ ਯਾਨੀ ਉਹ ਦੂਸਰੇ ਦਿਨ ਚੰਨ ਜਿਹੜਾ ਮੈਂ ਵੇਖਿਆ ਨਾ ਤੇ ਉਹ ਡੇਵਿਡ ਦਾ ਹੀ ਚੰਨ ਸੀ, 2 ਤਰੀਕ ਦਾ ਚੰਨ ਮਾਲੂਮ ਨਹੀਂ ਸੀ ਹੁੰਦਾ ਨਾ, ਇੱਕ ਨਾਲੋਂ ਜ਼ਿਆਦਾ ਲੱਗਦਾ। ਲੇਕਿਨ ਕਹਿਣ ਦਾ ਮਤਲਬ ਹੈ ਹੁਣ ਉਹ ਟੈਕਨੋਲੋਜੀ ਆਈ ਹੈ, ਉਹ ਦੇਖ ਲੈਂਦੇ ਨੇ ਉਫਕ ਤੇ ਚੰਨ ਮੌਜੂਦ ਹੋਵੇ ਤੇ ਉਹ ਕਹਿੰਦੇ ਨੇ ਸਾਨੂੰ ਭਾਵੇਂ ਨਜ਼ਰ ਨਹੀਂ ਵੀ ਪਿਆ ਆਉਂਦਾ ਨਾ, ਉਹ ਤਾਂ ਜਾ ਕੇ ਤੱਕ ਲੈਂਦੇ ਹੋਣੇ ਨੇ। ਲੇਕਿਨ ਬਹਰਹਾਲ ਇਨਸਾਨੀ ਜਿਹੜੀ
विजिबिलिटी तो ज़रूरी है। यार चंद सऊदीया में आप लोग वो मॉडल के लिहाज से करते हो या देख के करते हो? आमिर भाई चुप कर यार, चुप कर। अहमद शैतान चुप कर। आमिर भाई इस चंद दे बारे मैं उस्मान तो पुछया ही, ते उस्मान मैंने आख्या है भाई सऊदी अरब दे विच चंद जेड़ा है ना जनाबली कोई नहीं नजर आया, क्योंकि ਇਹ ਚੰਦ ਦੀ ਪੈਦਾਸ਼ ਉਹਦੀ ਜਿਹੜੀ ਪੈਦਾਇਸ਼ ਹੈ ਉਹ ਵੀ ਜਨਾਬਲੀ ਪੂਰੀ ਨਹੀਂ ਹੈ, ਲੇਕਿਨ ਸਊਦੀ ਅਰਬ ਵਾਲੇ ਨੇ ਮਰਜ਼ੀ ਹੈ, ਅਸਾਂ ਫਿਰ ਉਹਨਾਂ ਦੇ ਨਾਲ ਹੀ ਆ। नहीं मुर्तजा वान साहब कहते ने इंशाल्लाह 29 रोजे ने मुर्तजा वान साहब ने तो इस गल 29 रखे होने नहीं, मुर्तजा वान साहब का हो सकता आहिस्ताई होवे। ਇੰਨੇ ਗੱਲ ਹੈ। जिया भाई क्या हाल है? जनाब बिल्कुल 29 रोजे ने, क्या भाई क्योंकि तुसां एक रोजा जी मुर्तजा फालतू रखा है, पता नहीं क्यों पहले शुरू कर देते ने, वो मैंने पता शवाल लग एक मार गए हो। नहीं वो मैं ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਰੋਜ਼ਾ ਸਾਨੂੰ ਇੰਜ ਹੀ ਲੱਗਿਆ ਕਿ ਉਹ ਪਹਿਲਾ ਜਿਹੜਾ ਨਾ ਉਹ ਸਿਰਫ ਉਫਕ ਤੇ ਚੰਨ ਸੀ, ਲੇਕਿਨ ਉਹ ਵਿਜ਼ੀਬਲ ਹੈ ਨਹੀਂ ਸੀ ਕਿਉਂਕਿ ਉਸ ਦਿਨ ਬਿਲਕੁਲ ਮਤਲਾ ਸਾਫ਼ ਸੀ ਤੇ ਮਗਰਿਬ ਦੀ ਨਮਾਜ਼ ਤੋਂ ਬਾਅਦ ਅਸਾਂ ਪੂਰਾ ਟਿਲ ਮਾਰਿਆ, ਸਾਨੂੰ ਨਹੀਂ ਨਜ਼ਰ ना ਆਇਆ। ये तुसां ना मतला साफ सी ते उन्हां ना मसला साफ नहीं सी फिर। ਨਹੀਂ ਪਤਾ ਜੀ ਗੱਲ ਕੀ ਹੈ, ਅੱਸੀਆਂ ਅੰਨੇ ਭਗਤ हाँ ਸਾਊਦੀਆ ਨੂੰ ਫਾਲੋ ਕਰਨ ਵਾਲੇ ਨਾ, ਜਿਹੜੀ ਦਿਆਨਤਦਾਰੀ ਦੀ ਗੱਲ ਹੈ ਕਰਨਾ ਤੇ ਚਾਹੀਦਾ ਹੈ। ਮੈਨੂੰ ਹਰ ਸਾਲ ਹੀ ਹੈ ਥੋੜਾ ਜਿਹਾ ਨਾ ਕਨਫਿਊਜ਼ਨ ਜਿਹਾ ਪੈਂਦਾ ਹੈ ਕਿ ਅੱਲਾਹ ਦੇ ਨਬੀ ਨੇ ਫਰਮਾਇਆ ਚੰਨ ਦੇਖ ਕੇ ਰੋਜ਼ਾ ਰੱਖੋ ਤੇ ਚੰਨ ਦੇਖ ਕੇ ਈਦ ਕਰੋ। ਤੇ ਫਿਰ ਜਿਸ ਵੇਲੇ ਇਜਮਾਈ ਉਮਤ ਨੂੰ ਤੋੜਨ ਦਾ ਖਿਆਲ ਆਉਂਦਾ ਹੈ ਨਾ ਤੇ ਫਿਰ ਆਖੀਦਾ ਨਹੀਂ, ਜਦੋਂ ਸਾਰਾ ਯੂਰਪ ਹੀ ਉਹਨਾਂ ਨੂੰ ਫਾਲੋ ਕਰਦਾ ਚੁੱਪ ਕਰਕੇ, ਜੇ ਉਹ ਆਂਦੇ ਨੇ ਐਲਾਨ ਕੀਤਾ ਨੇ ਤੇ ਕਰ ਲਓ, ਨਹੀਂ ਕੀਤਾ ਤੇ ਚੁੱਪ। ਹਾਲਾਂਕਿ ਮੈਂ ਇਸ ਗੱਲ ਤੇ ਕੋਫਤ ਮਹਿਸੂਸ ਕਰਨਾ, ਜਿਸ ਤਰ੍ਹਾਂ ਐਤਕੀ ਮਤਲਾ ਸਾਫ਼ ਸੀ ਤੇ ਸਾਨੂੰ ਚੰਨ ਦੇਖ ਕੇ ਅਗਰ ਨਹੀਂ ਨਜ਼ਰ ਆਇਆ ਤੇ ਨਹੀਂ ਰੋਜ਼ਾ ਰੱਖਣਾ ਚਾਹੀਦਾ ਸੀ, ਲੇਕਿਨ ਉਹ ਉਹਨਾਂ ਨੂੰ ਫਾਲੋ ਕਰਕੇ ਅੱਗੇ ਦੀ ਰੂਟੀਨ ਦੇ ਮੁਤਾਬਕ ਰੋਜ਼ਾ ਰੱਖ ਲਿਆ। ਉਸ ਹਿਸਾਬ ਨਾਲ ਸਾਡਾ ਤੇ ਅੱਜ 28 ਰੋਜ਼ੇ ਸਾਡੇ ਹੋ ਗਏ ਨੇ, ਕੱਲ 29 ਰੋਜ਼ੇ। जी जी नहीं तुसां ने 30 होसन जनाब, असां ने 29 इंशाल्लाह वेडनेसडे ईद। ਯੂਕੇ ਜਦਿਆਂ ਬੰਦਿਆਂ आमीन आमीन। ਯੂਕੇ ਜਦਿਆਂ ਬੰਦਿਆਂ ਨੇ ਰੋਜ਼ਾ ਰੱਖਿਆ ਸੀ ਤੇ ਨਹੀਂ ਸੀ इससे ਪਹਿਲਾਂ। तरह सालों साल ही इसे तरह पे ਇਹ ਸਾਲੋਂ ਸਾਲ ਤਕਰੀਬਨ ਸੇ ਤੇ ਰੈਰਲੀ ਇਸ ਤਰ੍ਹਾਂ ਹੋਵੇ ਕਿ ਬਰਾਬਰ ਆਏ, ਲੇਕਿਨ ਹੁਣ ਜਿਹੜਾ ਹੈ ਨਾ ਬਰਾਬਰ ਆਏਗਾ ਸਹੀ, ਲੇਕਿਨ ਇਹ ਹੈ ਕਿ ਇੱਕ 29 ਤੇ ਇੱਕ 30 ਤੇ ਹੋਏਗਾ। ਹਰ ਗੁਜ਼ਰਨ ਵਾਲੇ ਸਾਲ ਨਾਲ ਨਾ ਇਹ ਕੰਮ ਵੱਧਦੇ ਹੀ ਪਏ ਆ ਤੁਹਾਡਾ ਯੂਕੇ 'ਚ। ਜੇ ਚੌਧਰੀ ਸਾਹਿਬ ਅਗਰ ਰਹਿੰਦੇ ਨਾ ਸਾਇੰਸ ਮਿਨਿਸਟਰ ਫਵਾਦ ਗਰਾਈ ਜਿਹੜੇ ਨਾ ਸਾਨੇ ਤੁਸਾਂ ਨੇ ਤਕਰੀਬਨ ਦਰਮਿਆਨ ਤੇ ਉਹਨਾਂ ਨੇ ਸਾਇੰਸੀ ਜ਼ਰੀਏ ਨਾਲ ਕੱਢ ਹੀ ਲੈਣਾ ਸੀ। ਉਹਨੇ ਪਾਕਿਸਤਾਨੀਆਂ ਕੱਢਣ ਦਿੰਦੇ ਅਗਲੇ। ਉਹਨਾਂ ਬੜਾ ਜ਼ੋਰ ਉਹਨਾਂ ਬੜਾ जिया ਕਿੱਧਰ जिया भाई ਕਿੱਧਰ मौजूद ਉਹਨਾਂ है? ਸ਼ੌਦੇ ਨੂੰ, ਉਹਨਾਂ ਫੇਸਬੁੱਕ ਟਿਕਟੌਕ ਤੇ ਇਤਨਾ ਉਸ ਬੰਦੇ ਨੂੰ ਜ਼ਲੀਲ ਕੀਤਾ। नहीं जी ये अच्छा ਜਿਹੜੇ ਬੰਦੇ ਜਿਨ੍ਹਾਂ मुर्तजा ਨੂੰ भाई कोई एक बात करनी थी, इजाजत देंगे मुझे भी एक बात उस्मान करनी भाई नहीं यार आप नहीं, इस तरह है कि नहीं, आप आपको अभी बात बहुत लंबी करते हैं आप, लिहाजा इजाजत नहीं है। है। ठीक है जी, ठीक है। ਹੁੰਦੇ ਕਰ ਲੈਂਦੇ ਬਾਤ। नहीं करो करो गल जी। वो ज़िया भाई है ही कोई नहीं नहीं, नहीं पता नहीं नाश्ता करन गए ने। मुर्तजा भाई आप करें बात। नहीं नहीं, मजाक कर रहे हैं यार। ਲੈ ਗਏ ਉਹ ਅੱਲਾ ਲਿਓ ਤੁਹਾਡੇ ਤੇ ਰੋਜ਼ਾ ਵੀ ਨਹੀਂ ਹੁਣ ਖਤਮ ਹੋ ਗਿਆ ਹੈ, ਇਫਤਾਰੀ ਤੇ ਕਰ ਲਈ ਨੇ ਨਾ। ਜ਼ਿਆ ਭਾਈ ਕੋਈ ਇਹ ਸਹਿਰੀ ਦਾ ਟਾਈਮ ਹੋਇਆ ਤੇ ਨਹੀਂ ਮੇਰੇ ਖਿਆਲ। ਜ਼ਿਆ ਰਸੂਲ ਮਿਨੀ ਭਾਈ ਭਾਜਨ ਹੈ जी उधर भी ਉਹ मेरे ਖਾਣੇ ख्याल से। ਪੀਣੇ ਰਹਿਣੇ ਜੀ, ਸਾਰੀ ਰਾਤ ਹੀ ਖਾਣੇ ਨੇ। अच्छा अच्छा अमर भाई कोई उस्मान नाम का या कोई और पता नहीं कौन कौन कह रहा था मेरे बारे में कि मैं कोई गाली वगैरह देता हूँ या दी है मिर्जा इंजीनियर के मानने वालों को, कोई ऐसी बात चल रही थी। हाँ हाँ तो कौन सी गाली हमने आज तक दी है? कोई हमें तो कोई नहीं पता कि अभी तक हमने, हाँ मिर्जा इंजीनियर के मानने वालों को मरज़ई हम ज़रूर कहते हैं, मैं कहता हूँ। तो इसको अगर वो गाली समझते हैं तो बता दें भाई कि ये गाली है हमारे लिए। हम कहते हैं कि भाई जाय निस्बती मिर्ज़ा के साथ नाम जो लगा है उसकी जाय निस्बती की वजह से हम कहते हैं। तो ये है कि वो उस्मान मेरी ब्रॉड पे भी आया था, तो मैंने कहा कि देखो मिर्ज़ा इंजीनियर को आप लोग मानते इस तरह के, उसने कई वीडियोस पे हमारी कमेंट भी किया दिफा करने के लिए ना। तो क्या मैंने कहा मसला क्या है तुम लोगों को? एक बंदा जो है वो शैतानियत फैला रहा है और तुम लोग उसको प्रमोट करने की में तुले हुए हो। तो उसने दलील दी है, कह रहा है कि देखो हमें तो शैतान से भी अच्छी बात लेने का हुक्म मौजूद है।
تو اسے حدیث طلب کی. اب دیکھیں کہ حدیث کو بنیاد بنا کے کہتے ہیں کہ ہم تو شیطان سے بھی اچھی بات لے سکتے ہیں. تو پھر اس طرح کر کے پھر جب ان کے پہ سختی کی جاتی ہے کہ اپنی بنیاد نبی صلی اللہ علیہ وسلم پر جھوٹ بول کے تم لوگ بنا رہے ہو، پھر سختی کی جاتی ہے اور یا مرزئی کہا جاتا ہے، تو پھر کہتے ہیں نہیں یہ جی ہم پہ سختی کیوں کر دی ہے. یہ پھر غلط بات ہے. اگر کسی کو کوئی گلا شکوہ ہے تو ڈائریکٹ بات کر سکتا ہے، کوئی اس میں کوئی غلط بات نہیں ہے، ڈبیٹ کر سکتا ہے، مناظرہ کر سکتا ہے. جی عمر بھائی آپ کو انہوں نے کیا بتایا؟ یہی جتنی بات آپ نے کی ہے یہی میں نے اتنی بات ہی سنی ہے. ضیاء بھائی بھی ادھر موجود تھے تو انہوں نے کہا کہ بھئی ہمیں انہوں نے عثمان بھائی نے گالیاں دی ہیں، اس طرح کو کوئی لفظ انہوں نے گالی بولا یا گالیاں بولا مجھے یاد نہیں ہے. تو تو وجہ ثبوت دوسرا لینا چاہیے نا کہ بھائی کون سی آج تک گالی دی ہے ہم نے. ہم تو قادیانیوں کو نہیں دیتے، ان کو کیوں دینی ہے؟ ان کو تو ہم راہ راست پہ لانا چاہتے ہیں کہ چلو اللہ کرے یہ راہ راست پہ آ جائیں. چلو کچھ نرمی سے کچھ کو سختی سے، دونوں طریقے آزماتے ہیں. میں سنی سے کہا کون صاحب ہیں جنہوں نے یہ کہا ہے؟ وہ عثمان عثمان بھائی ہے نا، ہے کوئی یہ سنے ہوتے ہیں میرے خیال. اچھا ان کا نام عثمان ہے. وہ. اچھا ان سے نا عمر بھائی پتہ کیا ہوا، یہ نا اپنی براڈ کر رہے تھے قادیانی اور اسکانی بھائی کو نا گالیاں دے رہے تھے، اور ساتھ انہوں نے انگریز رسول اللہ لگایا ہوا تھا. وہ جو ہیں حضرت کیا نام ہے ان کا، شرک پوری صاحب رحمہ اللہ، ان کا حوالہ لگایا ہوا تھا. بلکہ ان کا نہیں ہے حوالہ کسی اور کتاب سے لگا کے، تو جو کہ اعتراض کیا ہوا تھا اس چیز پہ، تو وہ لگایا ہوا تھا. تو عثمان نام کا یہی آئی ڈی جو عثمان ہے، وہ ایک اور بندہ وہاں پہ بیٹھا تھا. تو کافی بھائیوں نے نیچے نا کمنٹ کیا کہ آپ نا نیچے اتر آئیں، ان کے ساتھ گالیوں کا حصہ نہ بنے، اگر آپ نے جواب ہی نہیں دینا، بات ہی نہیں کرنی، نیچے اتر آئیں. میں بھی وہاں پہ موجود تھا، تو میں بھی اس کو کہتا رہا کہ آپ لوگ تو کال پہ کال سے اترو نا، کیوں ان کی براڈ کا حصہ بن رہے ہو؟ تو یہ نہیں اترے. تو کچھ یہ بھی ہمیں تھا، کچھ ہماری ویڈیو پہ یہ بھی کمنٹ کرتے ہیں. ہم مرزا انجینئر کی ویڈیوز جب لگاتے ہیں تو یہ اس کے دفاع میں کمنٹ کر رہے ہوتے ہیں، ڈیمیج ہیز بین ڈن اور دوسری چیزیں وغیرہ وغیرہ. تو کچھ اس کا بھی مجھے کافی تھا. تو یہ براڈ پر آیا تو اس سے میں نے پوچھا آرام سے پیار سے، آگے سے نبی صلی اللہ علیہ وسلم کی حدیث کے اوپر جھوٹ بول رہا ہے کہ ہمیں شیطان سے بات لینے کا حکم ہے، جبکہ حضرت ابو ہریرہ رضی اللہ عنہ کو تو معلوم تک نہیں تھا. یہ نبی صلی اللہ علیہ وسلم نے اس کی تصدیق کی اور یہ بتایا کہ اچھی بات ہم نے، اور نہ پھر آگے کسی لیے کہ حکم ہے کہ شیطان بھی ہو تو اس سے اچھی بات لے لو. تو یہ صریح واضح جھوٹ ہے. تو اس کے بعد کوئی کہے کہ آپ نے یہ جناب آپ نے یہ کیوں کہا وہ کیوں کہا، غلط بات ہے. غلط بات منسوب کرنا، اور بندہ بھی موجود نہیں ہے، میں بھی موجود نہیں ہوں، تو نہ آج تک ہم نے گالی دی نہیں. فضول کی وہ جو ہے نا وہ کہتے ہیں نا ماحول خراب کرنا، اس طرح کے معاملات. تو یہ اس لیے مجھے تھوڑا سا تھا کہ بھئی تمہیں اس دن کہا تھا میں نے کہ نیچے اترو، تم اترے نہیں رہے. یہاں تو ہمیں دفاع کرنے دو، کال پہ آنے دو، ہمیں تو کال پہ نہیں لے رہے. تو تم لوگ ویسے بیٹھے ہو نہ جواب دے رہے ہو، بلکہ ان کے ساتھ بیٹھ کے سکون سے سیٹ جو ہے وہ ریزرو کر کے رکھی ہوئی ہے تاکہ کوئی اوپر آ نہ سکے. 8 کے 8 بندے جو ہیں وہ فل تھے اس وقت. تو کوئی 15-20 منٹ تک وہ گالیاں دیتے رہے اسکانی صاحب کو. پھر ایک سیٹ خالی ہوئی تو خان صاحب ہے کوئی وہ اوپر گئے، انہوں نے کوئی بات کی تو پھر جا کے کچھ ماحول بدلا، اور ہمیں تو لیا ہی نہیں کال پہ انہوں نے. اس طرح کے یہ معاملات ہیں، باقی اور کچھ نہیں ہے. جس نے کوئی بات کرنی ہے وہ ہمارے سامنے آ کے کرے بات، اور بتائے کہ بھائی کون سی گالی آج تک ہم نے دی ہے. انشاءاللہ جو ہے باقی رد جو ہے وہ جتنے بھی یہ شیطانیت پھیلانے والے لوگ ہیں ان کا رد کریں گے انشاءاللہ. ہم مرزا انجینئر کا کرتے آ رہے ہیں، اس کا قادیانیوں کا کرتے آ رہے ہیں، کرتے رہیں گے. دلیل سے ہر غلط بات کو رد کرنا چاہیے. دلیل اگر موجود ہے تو پھر اس کے لیے میرا خیال ہے کہ زیادہ سختی کی بھی ضرورت نہیں ہوتی، سوائے اس کے کہ اگلا بندہ آپ کے ساتھ سختی سے پیش آئے اور آپ کو اریٹیٹ کرے تو بندہ کسی وقت غصے میں آگے کر بھی دیتا ہے. لیکن کوشش کرنی چاہیے کہ جب دلیل موجود ہے، انجینئر نے اتنی بلنڈرز کی ہوئی ہیں کہ میرا خیال ہے کہ اس کی پروموشن کرنے والے بندے کے پاس دلیل ہے ہی کوئی نہیں. وہ میں نے تو آج تک جتنے لوگوں سے بات کی ہے اس کے پیروکاروں سے، ان سب نے ایک بھی بندہ ایسا ان میں سے مجھے نہیں ملا جس نے کہا ہو کہ بھائی میں انجینئر کی ہر بات کو درست مانتا ہوں. سب نے مجھے یہ کہا ہے کہ ہاں کئی باتوں میں ہم مانتے ہیں کہ انجینئر نے چولے ماری ہیں. دوسرے لفظوں میں، کھلے لفظوں میں انہوں نے کہا
کہ ہاں یہاں پر اس نے چول ماری ہے, یہاں پر اس نے بلنڈر کیا ہے, یہاں پر اس نے بالکل ہی فضول بات کی ہے, یہ بالکل غلط بات ہے, اس سے ہم ایگری نہیں کرتے. تو اس طرح کی باتیں اس کے پیروکاروں سے تقریباً سارے بندوں نے, ایک بھی بندہ ایسا نہیں ملا جس نے کہا کہ میں اس کی 100% باتوں کو فالو کرتا ہوں. تو جب اس طرح کی دلیل مضبوط موجود ہے کہ وہ بندے آگے سے ہل ہی نہیں سکتے اور وہ مانتے ہیں کہ ہم ان باتوں میں اس کو غلط مانتے ہیں, پھر میرا خیال ہے کہ سختی کی ضرورت ہی نہیں پڑتی ہے. کوشش کرنی چاہیے کہ ان کو دلیل سے ہی سمجھائیں کہ اس بندے نے گمراہی پھیلانی شروع کی ہوئی ہے. اور بہت زیادہ جو تکلیف دہ باتیں اور نقصان دہ باتیں نا وہ یہ ہیں کہ وہ مرزائیوں والی بولی بولتا ہے. مثلاً مرزائی کہتے ہیں کہ دیوبندیوں کے نزدیک بریلوی کافر ہیں, بریلویوں کے نزدیک دیوبندی کافر ہیں, حالانکہ یہ مرزائیوں کی بولی ہے, حقیقت اس کے خلاف ہے, ہماری آنکھوں کے سامنے ہے. دیوبندی اپنی بیٹیاں بریلویوں کے گھر میں بیاتے ہیں, بریلوی اپنی بیٹیاں بیٹے دیوبندیوں کے گھر میں بیاتے ہیں. کوئی کسی کو, ہاں کچھ لوگوں نے سخت فتوے دیے ہوئے ہیں کچھ مخصوص لوگوں کے بارے میں, ان کے عقائد اور نظریات کو دیکھا ہوگا, وہ ان کی بات ہے, ہمیں نہیں پتا. لیکن یہ بات تو حقیقت کے خلاف ہے نا. ہماری آنکھوں کے سامنے ہمارا معاشرہ زندہ ہے, ہم اسی معاشرے میں رہ کے آئے ہیں, ابھی بھی وہاں پر رابطہ ہے. کوئی یہ تو نہیں ہے کہ پاکستان کو ہم سے اتنے دور ہے کہ ہمیں پتہ ہی نہیں کہ وہاں معاشرے میں کیا چل رہا ہے. دیوبندیوں کے نزدیک بریلوی کافر ہیں, بریلویوں کے نزدیک دیوبندی. یہ ایک فضول اور معاشرے میں مزید افراتفری پھیلانے والی اور مسلمانوں بالکل میں نفرت پھیلانے والی بات ہے. بالکل عامر بھائی, ابھی نا ریسنٹلی دیکھیں وہ قادیانی حضرت عزیر علیہ السلام اور دوسرے بھی انبیاء کے معجزات کے انکاریاں بھی اس نے ریسنٹلی یہ جو 5 ہائفر کوز جو ہے نا وہ ذبح کرنے, سیکریفائز کرنے کا انہوں نے یہودیوں نے پلان بنایا, جس کو یہ کل شاید کریں گے. اس کے اوپر نے ایک نے کلپ اس نے چڑھایا, ویڈیو اپلوڈ کی. اس میں اس نے کہا کہ عیسیٰ علیہ السلام مردہ زندہ کرتے تھے نا, تو یہ نہیں ہے کہ بعد میں وہ زمین پہ چلنے پھرنے لگ جاتے تھے, تو بس وہ گواہی دیتے تھے اور واپس. کوئی بھی دنیا میں ایسا نہیں ہے کہ جس کو اللہ نے وفات دی ہو اور پھر وہ دوبارہ دنیا میں چل پھر سکے. اب حضرت عزیر علیہ السلام کے بارے میں کہتا ہے نہیں نہیں نہیں, وہ بھی ایک قسم سے ایک نیند تھی, ایک قسم کی وہ نیند تھی. اور اس کے اوپر اس نے پورا کوئی 5 منٹ گفتگو کر کے اس معجزے کا انکار کر دیا, تاکہ امت جو ہے وہ پڑ جائے اس میں بحث و مباحثہ میں. مفتیان کرام سے آگے پوچھیں, وہ کہیں دیکھو جی یہ آیت مرزا انجینئر نے پیش کی ہے کہ وہ دنیا میں دوبارہ کوئی واپس نہیں آ سکتا, تو حضرت عزیر علیہ السلام کیسے واپس آ گئے؟ تو لہٰذا ہم اس کو نیند ماننا پڑے گا ہمیں. تو اس طرح کے یہ ڈکوسرے قادیانیوں والے سارے کرتا رہتے ہیں, کیا بندہ اس کا کرے. اچھا, وہ ایک بات تو درست ہے کہ وہ سیدنا ابو ہریرہ رضی اللہ تعالیٰ عنہ سے روایت ہے, وہ جو آیت الکرسی والی, کہ نبی علیہ الصلوۃ والسلام نے ان کی ڈیوٹی لگائی تھی بیت المال پر, تو وہ کوئی بندہ آیا تو وہ انسانی شکل میں تھا, تو اس نے پکڑ لیا, صحابی نے پکڑ لیا, تو وہ یہ کہہ کر جان چھڑا کے چلا گیا. اور لمبی حدیث ہے, ایک دن آیا, دوسری رات آیا, تیسری رات آیا, تو آپ نے نہیں چھوڑا, تو اس نے کہا میں آپ کو ایک بات بتاتا ہوں, آپ مجھے چھوڑ دیں بدلے میں. تو وہ بات اس نے یہی کہی تھی کہ جس مال پر آیت الکرسی پڑھی جائے وہ چوری نہیں ہوتا. نبی علیہ الصلوۃ والسلام کو صحابی نے صبح یہ بات سنائی, تو آپ نے کہا بات صحیح ہے لیکن کہنے والا شیطان تھا, جھوٹا تھا. وہ شیطان ہے, جھوٹا ہے, لیکن بات وہ صحیح کر گیا. یہ ہے ان کی دلیل, اور یہ بات اپنی جگہ درست ہے کہ درست بات کسی کی بھی ہو, وہ بات وہ اپنی نہیں ہوتی اس کی. درست بات, اصل بات یہ ہے کہ درست بات تو قرآن اور حدیث ہے نا. کوئی بندہ اپنے پاس سے درست بات تو کر ہی نہیں سکتا, وہ اس کی اپنی تو ہے ہی نہیں. اگر وہ کنوے کرتا ہے قرآن اور حدیث کی بات آگے, لیکن وہ اس طرح درست نہیں بن سکتی عمر بھائی کہ دین کی باتیں, دین کا جو فہم ہے, دین کا جو اسلوب ہے, وہ صرف علماء سے, مسلمانوں سے, فقہاء سے, ائمہ سے لیا جاتا ہے. تو ہمیں یعنی کہ یہ دلیل بنانی کہ دیکھو ہم تو جو ہے وہ مرزا قادیانی سے بھی اچھی بات لے لیں گے. مثال کے طور پہ ایک بات میں کہتا ہوں, ہاں ایک وہ چیز ہوتی ہے جو تائید میں ہوتی ہے ہماری, وہ ہمارے آلریڈی اسلاف نے ہمیں بتائی ہوئی ہیں, پہلے سے بتائی ہوئی, کوئی ضروری نہیں کہ اس نے نئی بات آگے بتا دی ہے. تو اس کو کنٹینیو کرنا امت کے لیے معاذ اللہ, اور یہ کہنا کہ یہ شیطان سے بھی اچھی بات لے سکتے ہیں, تو وہ ایسی بات ہے کہ جو کہ پہلے سے ہمیں بتائیے گی. تو ہمیں تو امام ابن سیرین رحمہ اللہ, ان کے سامنے وہ بدعتی آئے خارجی,
انہوں نے کیا فرمایا، انہوں نے کہا کہ بھئی ہم آپ کو قرآن سنانا چاہتے ہیں۔ امام فرماتے ہیں کہ نہیں میں نہیں سننا چاہتا۔ انہوں نے کہا کہ ہم حدیث سنانا چاہتے ہیں، انہوں نے کہا میں نہیں سننا چاہتا، جبکہ وہ قرآن اور حدیث تو سنا رہے تھے۔ آپ کے ہی جو شاگرد اصحاب تھے انہوں نے کہا کہ آپ ان سے سن لیتے، جبکہ وہ قرآن اور حدیث تو ہی سنا رہے تھے۔ فرمایا کہ نہیں، یہ وہ لوگ ہیں کہ جب یہ مجھے سناتے تو اس میں تحریف معنوی تحریف کرتے جو میرے دل میں وسوسہ بن کے بیٹھ جاتی، اس لیے میں ان سے نہیں سنتا۔ اور اسی طرح نبی صلی اللہ علیہ وسلم نے اور بھی، جیسے کہ آخری زمانے میں ایسے لوگ آئیں گے کہ جو حدیث بیان کریں گے تم سے، نہ تم نے نہ تمہارے آبا نے سنی ہوگی، تو ان سے دور رہنا ہے۔ تو اب یہ کہا جائے کہ نہیں ان سے دور نہیں رہنا بلکہ ان کی اچھی اچھی باتیں لے لینی ہے، تو یہ تو اصول ہی غلط ہو جائے گا۔ بات نبی صلی اللہ علیہ وسلم کی ابو ہریرہ رضی اللہ عنہ نے لی ہے، نہ کہ ان کو تو پتہ نہیں یہ شیطان ہے، یہ ان کو تو معلوم ہی نہیں یہ شیطان تھا، وہ تو ان کے سامنے ایک شخص کی حالت میں آیا، تو بات نبی صلی اللہ علیہ وسلم کی لی جائے گی، ان کی تصدیق کی گئی ہے، بات وہ لی جائے گی، نہ کہ اس کو کنٹینیو امت کے لیے جاری کر دو، لو جی جو فاسق و فاجر ہے اسے بھی دین کی بات لے لو، یہ تو بالکل اصول ہی غلط ہو جائے گا۔ میں بھی یہی بات کر رہا ہوں کہ اگر تو اس کی اپنی ذاتی کوئی بات، اس کا ذاتی کوئی فہم، اس کا ذاتی کوئی مصدر ہے، اپنا ذاتی کوئی ماخذ ہے جہاں سے وہ بات نکال رہا ہے، تو الگ بات ہے۔ اگر وہ ایک بات ایسی کنوے کر رہا ہے جس کا وہ ماخذ خود نہیں ہے، جس کا مصدر اس کا ذاتی نہیں ہے، بلکہ وہ نبی علیہ الصلوۃ والسلام کی ہی بات کو آگے کنوے کر رہا ہے، قرآن اور حدیث کی ہی بات کو وہ آگے کنوے کر رہا ہے، تو وہ اس کی اپنی ذاتی بات تو نہیں ہے نا، وہ اس کی ذاتی ملکیت تو نہیں مثال ہے۔ ایک دیتا ہوں، مرزا قادیانی کہتا ہے نماز پڑھو، کوئی مسلمان ادھر آتا ہے وہ کہتے ہیں دیکھو میں نے مرزا قادیانی کی یہ اچھی بات لی ہے، میں نے اس سے لی ہے یہ بات اچھی دین کی، نماز پڑھو، میں نماز پڑھنے لگ گیا ہوں، میں مسلمان ہوں، تو اسے کیا کہیں گے ہم؟ یہی کہیں گے کہ دیکھو کہ یہ بات کیا تمہیں اور اسلاف سے نہیں ملی کہ تم نے اس کو بنیاد بنا کے کہنا شروع کر دیا کہ میں نے یہ بات اس سے لی ہے، تو یہ ایک تو چوٹ ہو جائے گی مسلمانوں کے دلوں پہ، ایک ویسے ہی اچھی بات نہیں ہے کہ مسلمانوں کے سامنے آ کے کہنا کہ میں نے مسلمہ کے ساتھ سے یہ اچھی بات لی ہے، میں نے مرزا قادیانی سے اچھی بات لی ہے، نہیں، میں وہی عرض کر حالانکہ رہا ہوں کہ یہ ہے تو دین کی بات ہے۔ جی وہ بات اس کی تو ہے ہی نہیں نا۔ اگر مرزا قادیانی کسی کو کہتا ہے کہ نماز پڑھو، تو وہ مرزا قادیانی کی بات تو نہیں ہے۔ اگر کوئی بندہ آ کے ہمیں کہتا ہے، مجھے یا آپ کو کہتا ہے کہ میں نے مرزا قادیانی سے یہ بات لی ہے، تو اس کو یہ سمجھانے کی ضرورت ہے نا کہ تم نے یہ مرزا قادیانی سے بات نہیں لی ہے، یہ بات تو نبی پاک کی ہے۔ مرزا قادیانی تو کنوے کرنے والا ہے، وہ نہ آپ کو ملتا کسی اور سے بھی آپ کو مل جانی تھی۔ آپ بخاری کھولتے آپ کو وہاں سے مل جاتی، مسلم کھولتے وہاں سے مل جاتی، قرآن کھولتے وہاں سے مل جاتی۔ تو بات یہ ہے کہ وہ اس کی اپنی ذاتی بات تو ہے ہی نہیں نا۔ ہاں جی، یہی ہم کہتے ہیں کہ یہی ہم ان کو کہتے ہیں کہ بھائی تم آ کے یہ کہتے ہو کہ دیکھو ایک نا وہ ٹیا ہے ابھی سوشل میڈیا پہ ٹک ٹاک پہ نا ابھی نئی نئی آئی ہیں، ایک ماہ ہوا ہے، تو وہ ہر براڈ پہ جا کے نا یہی کہہ رہی ہیں دیکھو میں نے نا مرزا انجینئر سے سننا شروع کیا ہے اور میں نے نماز پڑھنا شروع کر دی، تو میں ایسے بندے کو غلط کیوں کہوں جس کے پیچھے لگ کے میں نے نماز پڑھی ہے؟ تو اس کو مفتی صاحب بھی سمجھا رہے تھے، ہم نے بھی اس کو سمجھایا کہ جب یہ بات اس کے اتنی کفریات شیطانیت ہم تمہارے سامنے رکھ رہے ہیں اور پھر اس کے باوجود تم کہو میں نہیں چھوڑتی کیونکہ میں نے نماز جو ہے وہ پڑھنا اس کی وجہ سے شروع کی ہے، تو اس کو سمجھایا جائے گا کہ یہ بات اس نے تو ایک بات آگے فارورڈ کی ہے، یہ بات تو علماء فرمانے والے ہیں، یہ بات تو قرآن حدیث کی ہے، تم نے یہ ایک شرارت بھی ہے، یہ ایک شرارت بھی ہے میرے حساب سے، ایک بندہ جو ہے وہ آ کے ویسے شرارتاً کہنا شروع کر دے میں نے مرزا قادیانی کو پڑھ کے نماز پڑھنا شروع کر دی، تو کیا حال ہوگا؟ 8 بندے سننے والے، 9 بندے سننے والے ہوں گے، ان کے دل پہ کیا گزرے گی؟ ایک شرارتاً بھی یہ بات بن چکی ہے موجودہ دور میں، ایویں منہ اٹھا کے کہہ دینا میں نے مرزا انجینئر کو سن کے جناب وہ قرآن پڑھنا شروع کر دیا، آپ کے علماء تو کہتے ہیں قرآن جو پڑھے گا وہ گمراہ ہو جائے گا۔ اب یہ ٹونٹ ہے، تو اس ٹونٹ کا بھی جواب جو ہے وہ دلیل سے، جیسے ابھی آپ فرما رہے تھے عمر بھائی کہ بھائی تیری بات نہیں ہے، یہ تو بات فارورڈ تو کرنے والا فارورڈ کی ہے نبی علیہ الصلوۃ والسلام کی، وہاں سے کیوں نہیں کی؟ تو نے کیوں نہیں قرآن کھولا؟ خود کیوں نہیں تصدیق کی؟ جی عمر بھائی۔ ہاں جی، ہاں جی، اس طرح کی جہالت بڑے بڑے بندوں نے
बड़े बड़े लोगों ने फैलाई है। मैंने एक ना वीडियो देखी है, अब मुझे नहीं पता कि वो बंदा कौन है, वीडियो शायद आपने भी देखी होगी, लेकिन उसका जो वज़ाक़त है ना उसकी दाढ़ी की और चेहरे की, वो बताती है कि शायद वो मसलक देवबंद से है। और बंदे की उम्र होगी कोई 45 से 50 के लगभग, पतला सा चेहरा है। वो वीडियो मैंने काफ़ी साल पहले देखी है, यानी 5-7 साल पहले की देखी होगी। वो कह रहा है कि मैंने माजिद दरियाबादी साहब के बारे में पढ़ा है, वो शायद मौलाना अहमद रज़ा बरेलवी साहब के शागिर्द हैं अगर मैं गलती नहीं कर रहा, कि उनसे मैंने उनकी शायद किताब पढ़ी है। नहीं नहीं, वो अशरफ अली थानवी साहब के खलीफा हैं, माजिद दरियाबादी से। दरियाबादी साहब, इन्होंने जी तर्जमा जी नहीं किया उनका, मेरा ख्याल है जी जी, इन्होंने। तर्जुमा अच्छा, किया। ये जो आप कह रहे हैं ना, वो उनके खलीफा हैं अशरफ अली थानवी साहब के। अच्छा, मुफ्ती तकी लेकिन उस्मानी साहब ने उनके ऊपर एक किताब भी जो है वो उनके मौक़िफ़ पे लिखी हुई है एक। अच्छा, मैंने नाम तो उनका सुना हुआ है, लेकिन मुझे उनका पूरा बरल दरियाबादी साहब का तारफ नहीं है। तो वो कहता है जी कि वो दरियाबादी साहब कहते हैं कि मैं मुल्हिद हो गया था, मैं बिल्कुल छोड़ छाड़ गया था, मैंने मिर्ज़ा कादियानी की पता नहीं कौन सी किताब पढ़ी, तो तौहीद मुझे वहाँ से मिली है, तौहीद बड़ी उसने बयान की। अब वो कहने वाला भी जाहिल है, और इसी तरह के जाहिल ये जिस तरह की आप मिसाल दे रहे हैं ना, कि यहाँ पर सोशल मीडिया पे लगे फिरते हैं। वो कहता है जी मुझे तो इंजीनियर ने नमाज पे लगा दिया, दूसरा कहता है मैं इंजीनियर की वजह से, मुझे इंजीनियर से फलां अच्छी बात मिली। वो दो दो अच्छी बातें आपको वहाँ से मिली जो उसकी अपनी ज़ाती फ़हम तो है नहीं। आज तक उसने कोई अपने ज़ाती फ़हम से ऐसी बात नहीं की जो मैंने इतने सालों में इंजीनियर के मुझ सुनी। जितनी बातें वो करता है वो सब उलमाए अहल हदीस पहले कर चुके हैं, तो उसने अपनी कोई ज़ाती फ़हम तो बयान किया नहीं है। अगर कोई बंदा वो जो ये अमर भाई, वो जो माजिद दरियाबादी साहब है ना, हम्म, उनके बारे में मुफ्ती तकी उस्मानी साहब की किताब भी है। मैं हवाला भी आपको सेंड कर दूंगा। उसमें वो कहते हैं कि वो सारी ज़िंदगी वाकई ही कादियानियों के लिए नरम गोशा रखते रहे, और उन्होंने इसे जो है रजू नहीं किया सारी ज़िंदगी, और हम्म, इसी तरह वो वफ़ात पाए, अल्लाह ताला उनकी मग़फ़िरत करे, ऐसे करके अल्फाज करे, वो पूरे लिखे हुए हैं उन्होंने, मुफ्ती तकी उस्मानी साहब ने, उनके हम्म। बारे में। नहीं, मुझे उनकी तफसील का नहीं पता। मैंने कहा है कि मैंने नाम तो उनका बड़ा सुना हुआ है, कहीं पढ़ा भी हुआ है उनका नाम अच्छी तरह, किसी शायद तर्जमे में या किस तफसीर में, लेकिन मुझे पूरी बात का नहीं पता कि उनका असल तारुफ क्या है। बहरहाल कहने का मतलब ये है कि अगर इस तरह का बंदा कोई आके बात करता है, तो उससे कोई बंदा ये पूछे कि यार तुम अन्ने भगत बन के ये जो बात कर रहे हो, तुम अगर एक बात वहाँ से किसी की उसने कन्वे की, तुम लेके आ गए, तुम 10 बातें उसकी जाहिलाना और गुस्ताखाना सुन के आए हो। जो इंजीनियर ने लोगों को हौसला अफजाई की है सहाबा के बारे में, अभी ये जो आखिरी एक वीडियो उसकी मैंने देखी है ना, वो 1 हफ्ता या 10 दिन हुए हैं, उसी दिन रात को उसने अपलोड की थी अपने चैनल पे। उसके बाद मैंने नहीं देखी उसकी कोई वीडियो, शायद आई हो बाद में। उसमें वो कह रहा था वही बात ना, वो असल में तो वो टीवी की कोई बात सुना रहा था, टीवी चैनल पे रमज़ान में जो ट्रांसमिशन चल रही है, वो मुफ्ती हनीफ कुरैशी साहब के हवाले से कोई बात कर रहा था। तो कह रहा था कि वो साहबा की मिसाल दे रहा था। अब्दुल्ला बिन उमर रज़ी अल्लाह ताला अन्हु बैठे थे, तो सैयदना अमीर माविया रज़ी अल्लाह ताला अन्हु ने कहा भाई कोई सर ऊपर करे और मुझे बताए, मैं उसके और उससे बाप से ज़्यादा बढ़कर खिलाफत का हकदार, इस तरह की वो रवायत बयान करके ना, तो वो कहता है कि अब्दुल्ला बिन उमर रज़ी अल्लाह ताला ने कहा मैं सोचा तो था कि मैं जवाब दूं कि वो तुझसे बेहतर हैं जिन्होंने तुम्हें और तुम्हारे बाप को मार मार के मुसलमान किया था। तो वो बात सुन के ना मुझे याद आया, मैंने कहा भी असल बात ये है कि ये जो तुम सब का तर्जमा इस वीडियो में पूरी में कर रहे हो ना, वो वीडियो सुनने वाली है। उस वीडियो में बार बार उसने वो लफ्ज़ सब इस्तेमाल किया है, और सब का उसने अब ट्रांसलेशन नहीं किया। हालांकि इसकी पुरानी वीडियोस देखें ना, तो ये सब का मानी गाली करता रहा है पुरानी तमाम वीडियोस में, कि हज़रत मीर माविया गालियां दिया करते थे, दिलवाया करते थे, या बनु उमैया के जो हैं वो प्लेटफार्म उनसे गालियां दी। हालांकि वो वहाँ पर हदीसों में लफ्ज़ सब लिखा हुआ है। जब उलमा ने इसकी गिरफ्त की है और इसको मार मार के सीधा किया है ना, तो अब ये लफ्ज़ सब इस्तेमाल करता है। तो मुझे वो वीडियो देख के याद आ रहा था भाई, जिस तरह अब्दुल्ला बिन उमर रज़ी अल्लाह ताला ने कहा था ना मार मार के, भाई तुम लोगों को हमने इस्लाम में मेरे बाप ने दाखिल किया, इससे ज्यादा मेरा ख्याल है तुम्हें मार मार के उलमा इस्लाम ने ये सब का लफ्ज पकवाया है कि पुत्र सब का मैं ना गाली नहीं होता।
पर तुम्हें शर्म हाँ आती जी, है? हाँ जी। तुमने गुमराही फैलानी है, शुरू की हुई है, लोगों को गुमराह, लड़कों को, नौजवान बच्चे हैं, पता है कोई नहीं, वो आके कहते हैं भाई आज वीडियो सुनी है, बल्ले बल्ले, भांडों की तरह बात कर देता है, हंसा देता है, जिस तरह वो नासिर मदनी नहीं है। अब नासिर मदनी जी, जी। तकरीर कर रहा हो, पता लगता है आलमी दीन बात कर रहा है कि भंड गल कर रहा है कोई। ऐसे ही बस इसका इंजीनियर का साहब, अल्लाह ताला ने अगर आपकी ज़ुबान में कोई चाशनी अता की है और आपको चरब ज़ुबानी अता की है, आपकी ज़ुबान की गिरा खोल दिया, तो इसका पॉजिटिव इस्तेमाल करें। अगर आप इसका नेगेटिव इस्तेमाल करेंगे तो ये ज़ुबान, इसका आपको जवाबदेह ठहराया जाएगा कि आपने ये बात गलत की। अल्लाह के नबी के सहाबा कहते हैं कि नबी अलैहिस्सलातु वस्सलाम हमें ऐसे डराया करते थे, यानी जुमे का खुतबा या आवाज़ जब करते थे तो ऐसे लगता था कि जैसे हम जहन्नम में गिर रहे हों और नबी अलैहिस्सलातु वस्सलाम हमें कुर्तों से पकड़ कर पीछे खींच रहे हों, जहन्नम से निकाल रहे हों। ऐसे हमें खौफजदा कर देते थे, डराते थे, और हमें ऐसे लग रहा था हम जहन्नम में जा रहे थे, हमें नबी पाक ने हमें कुर्तों से पकड़कर नीचे पीछे खींचा। जो उलमा संजीदा हैं, मैंने उनको कभी हंसते नहीं देखा मिंबर पे। ये भांडों की तरह बातें करते हैं, आजकल के मौलवी बने हुए हैं चढ़ के स्पीकरों पे। तो बस ये पॉपुलर सिर्फ इस चरब जुबानी की वजह से है, बाकी जितनी वो गुमराही फैला रहा है, वो मैंने जिस तरह कहा कि मार मार के उलमा ने कुछ बातें तो उसकी सीधी कर दी हैं कि अब वो सबका मानी गाली नहीं करता, अब वो सबका मानी सब भी करता है। कहते हैं तनकीद कर लें या इसकी कर लें कि वो क्या लफ्ज़ है, तनकीद करना या डांटना है, मलामत करना। या डांटना वगैरह। तो पुरानी इसकी वीडियोस आप निकाल के देखें ना, आज से 10 साल पहले की, हर वीडियो में इसने वहां पर सब का मानी गाली किया हुआ है। तो उलमा ने गिरफ्त करके इसको मार मार के तो ये सब का मानी पकवाया है। चलो जी, अल्लाह दे दे, मेरे पास टाइम काफ़ी हो गया, 11 हो गया। ठीक हो गया, जज़ाक। ओके भैया, सवेरे सवेरे इंशाल्लाह बात करेंगे। अस्सलाम वालेकुम। वालेकुम अस्सलाम। हाँ जी, अहमद साहब। जी अस्सलाम वालेकुम उस्मान भाई, क्या हाल है? अल्हम्दुलिल्लाह बिल्कुल ठीक ठाक। तो वो फिर क्या करना है उसका यार, जो बंदा जिससे आपकी लड़ाई हुई है, तो क्या उसका? उसको अमर भाई समझाएंगे। अच्छा, अभी तो आपको उसका कोई समझाने के लिए टांगे इमरान शांगे भाई बैठे हैं। तोड़वानी है, कोई जो थी वो इमरान भाई वक्सियां आपको शक्सियां। समझाना चाहते हैं कुछ। चलो मलक साहब ठीक है, समझाओ जी, अगर नहीं ना समझाओ हुआ मलक तो फिर साहब। मुझे बता देना, उसकी आईडी दे देना यार और फोटो दे देना, अगर नहीं होता काम। हम्म हम्म। ठीक इमरान है। साहब समझाओ जरा यार, तुसी अहमद साहब ने समझाओ। नहीं नहीं नहीं, मैं कह रहा हूँ कि वो अगर नहीं ना मानता, लातों के भूत भी होते हैं ना, बाज लोग वो बातों से नहीं मानते, तो अगर नहीं मानता है तो हम्म। फिर यार हम भी मजबूर हैं, फोटो दे देना मुझे, उसकी नहीं, आईडी दे देना। वो हमारे भाई हैं, वो हम्म, हमारे भाई हैं, वो खुद अच्छा ही राह रास्त पे आ जाएंगे। कुछ भाइयों पे सख्ती भी करनी पड़ती है, नरमी अच्छा, भी। चलो ठीक फिर है, ये ठीक है। दोनों तरीके जो है ना वो हम अपने भाइयों के साथ करते रहते हैं, फिर होते रहते ठीक हैं है ये यार, मामला। ठीक है फिर ठीक लेकिन है। कादियानियों के लिए वो टेप वाला डंडा जो है ना वो हमेशा हमने रखा होता है कादियानियों ठीक के लिए। ठीक ठीक ठीक, हाँ जी, हाँ जी। चलो यार सही है फिर, देख तो कोई लेते हैं फिर। कादिया मिर्जा साहब की कोई सुनाए, कोई अच्छी कोई बातें, आप भी लेते हैं उनसे कोई अच्छी बातें। नहीं यार, मैं नहीं, अच्छी बात आप किसी से, ऐसे बंदे से जिसका वो कैरेक्टर मशकूक हो। आपको पता है हदीस में जो था ना, जब वो हदीसें करेक्ट कर रहे थे, तो बेशक हदीस जो थी वो लगती बिल्कुल सही थी, लेकिन अगर किसी के उसके अंदर ज़ौफ होता था ना पर्सनैलिटी के अंदर, तो वो हदीस उससे नहीं ली जाती थी। ये हदीस का असूल है, पता है आपको उस्मान भाई? जबरदस्त जबरदस्त, जी बिल्कुल असूल है। जो इसी तरीके से एक मर्तबा हुआ कि पता नहीं कितने हजारों मील का सफर तय करके ना, जो था इमाम बुखारी कहीं पहुंचे हदीस लेने के लिए। बड़ा उन्होंने तो मुसीबतें और जो थी वो सहूलतें बर्दाश्त की। तो उन्होंने जो था ना वो उसके हाथ में ना बाजा देख लिया, बंदा कोई जो था वो गाना बजा रहा था। तो वो हालांकि इतनी दूर से आए थे, लेकिन आपने उससे हदीस नहीं ली, क्योंकि उन्होंने कहा कि इसका करैक्टर मशकूक है, ये तो गाने जो था वो बजाता पीता हुआ है, तो इससे मैं क्या हदीस जो था। अब मिर्जा कादियानी का भी करैक्टर मशकूक है, जी जी, तो कादियानी क्यों पागल बने हुए हैं, उसके पीछे चल रहे हैं, उसकी बातें ले जा रहे हैं, हाँ यार, ये अब क्या कर क्या सकते हैं, वजह वो है? बस भटके हुए हैं। असल में इस वक्त जो थी वो जहालत ज़्यादा थी, खास तौर पे पंजाब के अंदर। नए नए लोग मुसलमान हुए हुए थे, लोगों को ना नमाज आती थी, ना कलमे सही तरीके से आते थे। तो अच्छा उस अहमद अहमद साहब, जी जी,
کبھی آپ نے بھی